ये मत सोच कि लोग क्या कहेंगे, तू ये सोच कि तुझे कहाँ जाना है। तुम्हारे पिंडा मां तो इतना ही बोले करा, गड्डियां चलाए करा, रुखी मिसी खा ते ठंडा पानी पी, बेख भराई चोपड़ी ना तरसाए जी। ਕੀ ਟੈਗ ਕੀ ਲੱਗਦਾ ਨਾਲ? ਅੰਮ੍ਰਿਤ ਟਰੱਕਾਂ ਵਾਲੀ ਵੱਜਦੀ ਹੈ ਜਾਂ ਅੰਮ੍ਰਿਤ ਕੀ ਕਹਿੰਦੇ ਕੀ ਹੈ? ਸਾਡੇ ਰੋਡ ਐਂਡ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਜੀ ਦਾ ਬਿਆਨ ਆਉਂਦਾ ਵੀ ਟਰੱਕ ਕੈਬਿਨਸ ਨੂੰ ਏਸੀ ਕਰਾਂਗੇ। ਚੰਗਾ ਇਨੀਸ਼ੀਏਟਿਵ ਹੈ, ਚੰਗੀ ਗੱਲ ਹੈ। ਕ੍ਰੈਡਿਟ ਦਊਂਗੀ ਰਾਹੁਲ ਗਾਂਧੀ ਨੂੰ ਜਿਨ੍ਹਾਂ ਨੇ ਟਰੱਕ ਡਰਾਈਵਰਸ ਲਈ ਸੋਚਿਆ। ਡਰਾਈਵਰਾਂ ਦੀ ਲਾਈਫ ਦੇ ਵਿੱਚ ਇੰਨਾ ਜ਼ਿਆਦਾ ਮੁਸ਼ਕਿਲ 400-500 ਕਿਲੋਮੀਟਰ ਦੇ ਉੱਤੇ ਜਾਂ ਕਿਤੇ ਸਰਕਾਰ ਆਪਦੇ ਲੈਵਲ ਤੇ ਬਣਾਵੇ ਵੀ ਜਿੱਥੇ ਇਹ ਲੋਕ ਰੁਕ ਸਕਣ, ਫਰੈਸ਼ ਹੋ ਸਕਣ। ਜੇ ਡਰਾਈਵਰਸ ਦੇ ਲਾਈਫ ਦੇ ਵਿੱਚ ਕੰਫਰਟ ਬੈਟਰ ਆ ਜਾਏਗਾ ਨਾ, ਫਿਰ ਉਹ ਇਹੋ ਜਿਹੇ ਜਿਹੜੇ ਨਸ਼ੀਲੀ ਪਦਾਰਥ ਨੇ, ਕੋਈ ਵੀ ਚੀਜ਼ ਹੈ ਉਹਨੂੰ ਛੱਡ ਦੇਣਗੇ, ਉਹਦਾ ਸੇਵਨ ਛੱਡ ਦੇਣਗੇ। ਕਹਿੰਦੇ ਜੇ ਕੈਨੇਡਾ ਜਾਂ ਅਮਰੀਕਾ ਜਾਂ ਇੰਗਲੈਂਡ ਕਿਤੇ ਵੀ ਕੋਈ ਬੰਦਾ ਬੱਚਾ ਟਰੱਕ ਚਲਾਉਂਦਾ ਤਾਂ ਕਹਿੰਦੇ ਉਹਨੂੰ ਰਿਸ਼ਤਾ ਕਰਨਾ ਹੋਵੇ ਤਾਂ ਕੁੜੀ ਵਾਲੇ 에ਅਰਪੋਰਟ ਤੇ ਕੁੜੀ ਲੈ ਕੇ ਪਹੁੰਚ ਜਾਂਦੇ ਵੀ ਇਹਨੂੰ ਰਿਸ਼ਤਾ ਕਰ ਦਿਓ ਜੀ। ਤੇ ਜੇ ਕਿਤੇ ਇੰਡੀਆ ਦੀ ਗੱਲ ਕਰ ਲਈਏ ਤਾਂ ਇੰਡੀਆ 'ਚ ਕਹਿੰਦੇ ਟਰੱਕਾਂ ਵਾਲਿਆਂ ਨੂੰ ਰਿਸ਼ਤਾ ਕਰੋ, ਕਿ ਟਰੱਕ ਡਰਾਈਵਰ ਹੀ ਹੈ। ਜੇ 35 ਲੱਖ ਬਾਹਰ ਜਾ ਕੇ ਤੁਸੀਂ ਲੇਬਰੀ ਕਰਨੀ ਆ, 12-12 15-15 ਘੰਟੇ ਕੰਮ ਕਰਨਾ, ਆਪਦੀ ਆ ਗੱਡੀਆਂ ਲੈ ਲਓ, ਇੱਕ ਲੈ ਲਓ, ਇੱਕ ਤੇ ਡਰਾਈਵਰ ਰੱਖ ਲਓ। ਜਦੋਂ ਆਪਾਂ ਉੱਥੇ ਜਾ ਕੇ ਫੋਰਨ ਕੰਟਰੀ 'ਚ ਕਹਿ ਦਿੰਦੇ ਆ ਵੀ ਕੋਈ ਕੰਮ ਛੋਟਾ ਵੱਡਾ ਨਹੀਂ, ਤਾਂ ਫਿਰ ਆਪਣੀ ਲੈਂਡ ਦੇ ਵਿੱਚ ਕੰਮ ਛੋਟਾ ਵੱਡਾ ਕੀ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਤੇ ਮੈਂ ਹਾਂ ਜੱਸੀ ਬਰਾੜ। ਕਹਿੰਦੇ ਹੁੰਦੇ ਆ ਨਾ, ਪਰਿਵਾਰ ਇੱਕ ਗੱਡੀ ਦੇ ਦੋ ਚੱਕੇ ਹੁੰਦੇ ਆ। ਜੇ ਰਲ ਮਿਲ ਕੇ ਚੱਲਣ ਤਾਂ ਕਿਤੇ ਨਾ ਕਿਤੇ ਤੁਸੀਂ ਬੁਲੰਦੀਆਂ ਨੂੰ ਛੋਹ ਲਓਗੇ। ਅੱਜ ਸੈਕੰਡ ਪਾਰਟ ਲੈ ਕੇ ਆਏ ਆ। ਇੱਕ ਧੀ ਦਿਖਾਈ ਸੀ ਜਿਹੜੀ ਟਰਾਂਸਪੋਰਟਰ ਸੀ, ਲਗਾਤਾਰ ਟਰਾਂਸਪੋਰਟ ਦੇ ਨਾਲ ਨਾਲ ਉਹਦੇ ਹੋਰ ਵੀ ਬਹੁਤ ਸਾਰੇ ਕੰਮਕਾਰ ਹੈ ਤੇ ਧੁੰਮਾਂ ਪਾਈਆਂ ਹੋਈਆਂ ਪੂਰੇ ਪੰਜਾਬ ਦੇ ਵਿੱਚ ਉਸ ਟਰਾਂਸਪੋਰਟਰ ਧੀ ਨੇ। ਅਕਸਰ ਹੀ ਜਦੋਂ ਗੱਡੀਆਂ ਵਾਪਸ ਆਉਂਦੀਆਂ ਨੇ ਤਾਂ ਕੱਲੀ ਗੱਡੀ ਦੀ ਚੈਕਿੰਗ ਕੀਤੀ ਜਾਂਦੀ ਹੈ, ਡਰਾਈਵਰਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ। ਪਿਛਲੇ ਦਿਨ ਬਹੁਤ ਸਾਰੇ ਪੋਲੀਟੀਕਲ ਲੀਡਰਾਂ ਨੇ ਵੀ ਡਰਾਈਵਰਾਂ ਦੀ ਵਾਹ-ਵਾਹ ਕੀਤੀ। ਕਹਿੰਦੇ ਜੀ ਟਰੱਕਾਂ ਵਾਲੇ ਡਰਾਈਵਰਾਂ ਦੀ ਕੋਈ ਨਹੀਂ ਸੁਣਦਾ, ਕੋਈ ਬਾਤ ਨਹੀਂ ਲੈਂਦਾ। ਪਰ ਪਿਛਲੇ ਦਿਨੀ ਚਾਹੇ ਰਾਹੁਲ ਗਾਂਧੀ ਹੋਣ, ਚਾਹੇ ਨਿਤਿਨ ਗਡਕਰੀ ਹੋਣ, ਉਹਨਾਂ ਨੇ ਟਰੱਕਾਂ ਵਾਲਿਆਂ ਦੀ ਗੱਲ ਕੀਤੀ। ਵਿਦੇਸ਼ਾਂ ਦੇ ਵਿੱਚ ਟਰੱਕਾਂ ਵਾਲਿਆਂ ਨੇ ਧੁੰਮਾਂ ਪਾਈਆਂ, ਪਰ ਇਹ ਪੰਜਾਬ ਦੇ ਵਿੱਚ ਪੰਜਾਬ ਦੀ ਧੀ ਹੈ ਜਿਹੜੀ ਧੁੰਮਾਂ ਪਾ ਰਹੀ ਹੈ। ਤਸਵੀਰਾਂ ਤੁਸੀਂ ਦੇਖ ਰਹੇ ਹੋ। ਸਾਡੇ ਨਾਲ ਮੌਜੂਦ ਨੇ ਅੰਮ੍ਰਿਤ। ਅੱਜ ਸਟੋਰੀ ਦਾ ਸੈਕੰਡ ਪਾਰਟ ਲੈ ਕੇ ਆਏ ਆ। ਇਹ ਕਹਿੰਦੇ ਵੀ ਬਹੁਤ ਸਾਰੇ ਲੋਕਾਂ ਨੇ ਕਾਲਸ ਕੀਤੀਆਂ ਸਾਨੂੰ ਵੀ ਤੇ ਇਹਨਾਂ ਨੂੰ ਵੀ, ਕਿਉਂਕਿ ਡਰਾਈਵਰਾਂ ਦੀ ਜ਼ਿੰਦਗੀ ਤੇ ਬਹੁਤ ਸਾਰੇ ਕਹਿ ਸਕਦੇ ਨੇ ਵੀ ਐਸੇ ਸਸਪੈਂਸ ਨੇ ਜਿਹੜੇ ਅਜੇ ਤੱਕ ਸਾਹਮਣੇ ਨਹੀਂ ਆਏ। ਕੀ ਮੁਸ਼ਕਲਾਂ ਆਉਂਦੀਆਂ ਨੇ ਡਰਾਈਵਰਾਂ ਨੂੰ, ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ, ਤੇ ਇਹ ਆਪ ਹੀ ਜਾਣੀ ਜਾਣ ਨੇ, ਕਿਉਂਕਿ ਲਗਾਤਾਰ ਇਹਨਾਂ ਕੋਲੇ ਸਾਰਾ ਦਿਨ ਡਰਾਈਵਰਾਂ ਨਾਲ ਹੀ ਕਹਿੰਦੇ ਇਹਨਾਂ ਦਾ ਵਾਹ ਪੈਂਦਾ, ਕਿਉਂਕਿ ਇਹਨਾਂ ਦੀ ਆਪ ਦੀ ਟਰਾਂਸਪੋਰਟ ਹੈ। ਅੰਮ੍ਰਿਤ ਜੀ, ਸਵਾਗਤ ਹੈ ਤੁਹਾਡਾ ਪ੍ਰਾਈਮ ਏਸ਼ੀਆ ਦੇ ਵਿੱਚ। ਸਤਿ ਸ਼੍ਰੀ ਅਕਾਲ। ਪ੍ਰਾਈਮ ਏਸ਼ੀਆ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਠੀਕ ਹੈ ਜੀ, ਤੁਸੀਂ ਸਾਨੂੰ ਦੱਸਿਆ ਨਹੀਂ, ਅਸੀਂ ਤੁਹਾਨੂੰ ਘੇਰ ਲਿਆ ਵੀ ਅੱਜ ਗੱਡੀਆਂ ਦੀ ਚੈਕਿੰਗ ਕਰਨੀ ਹੈ। ਅੱਜ ਸਾਨੂੰ ਪਤਾ ਸੀ ਵੀ ਅੱਜ ਸੰਡੇ ਹੈ। ਹਾਂ ਬਿਲਕੁਲ, ਕੱਲ ਐਕਚੁਅਲੀ ਬਾਕੀ ਰੁਝੇਵਿਆਂ ਤੋਂ ਵੀ ਫ੍ਰੀ ਸੀਗੇ। ਬਾਕੀ ਕੱਲ ਗੱਡੀਆਂ ਆਈਆਂ ਨੇ ਪੰਪੋਰ ਤੋਂ, ਸ਼੍ਰੀਨਗਰ ਤੋਂ ਖਾਲੀ ਹੋ ਗਏ। ਕੁਛ ਤੁਹਾਨੂੰ ਵੈਸੇ ਵੀ ਪਤਾ ਹੈ ਵੀ ਪਹਾੜੀ ਇਲਾਕਿਆਂ 'ਚ ਬਹੁਤ ਜ਼ਿਆਦਾ ਪਹਾੜ ਗਿਰੇ ਤਾਂ ਗੱਡੀਆਂ ਦਾ ਚੱਕਰ ਵੀ ਡਿਲੇ ਹੋਇਆ, ਉੱਥੇ ਵੇਟ ਕਰਨੀ ਪਈ। ਤਾਂ ਡਰਾਈਵਰਾਂ ਨੂੰ ਕਈ ਮੁਸ਼ਕਿਲਾਂ ਸੀ, ਕਈਆਂ ਦੇ ਟਾਇਰ ਪਾਟ ਗਏ ਤੇ ਪ੍ਰੋਬਲਮਾਂ ਸੀਗੀਆਂ। ਤਾਂ ਐ ਸੀਗਾ ਵੀ ਸਾਰਿਆਂ ਦੀ ਸੁਣ ਲਾਂ ਤੇ ਡਿਸਕਸ ਕਰ ਲਈਏ, ਬਿਕਾਜ਼ ਇੱਕ ਅੱਧੇ ਦਿਨ ਤੱਕ ਫਿਰ ਭਰ ਕੇ ਦੁਬਾਰਾ ਵੀ ਇਹਨਾਂ ਨੇ ਚੱਕਰ ਲਗਾਉਣਾ ਹੋਊਗਾ। ਤਾਂ ਉਸ ਲਈ ਐ ਡਰਾਈਵਰਾਂ ਨਾਲ ਮਿਲਣਾ ਤਾਂ ਤੁਹਾਨੂੰ ਮੈਨੂੰ ਪਤਾ ਹੀ ਆ ਵੀ ਮੇਰਾ ਬਚਪਨ ਤੋਂ ਹੀ ਮੈਨੂੰ ਵਧੀਆ ਲੱਗਦਾ, ਤੇ ਇਹਨਾਂ ਦੀ ਲਾਈਫ ਨੂੰ ਬੈਟਰਮੈਂਟ ਕਰਨ ਦੇ ਲਈ ਮੈਂ ਐਫਰਟਸ ਕਰਦੀ ਰਹਿੰਦੀ ਹਾਂ। ਭਾਜੀ ਕਹਿੰਦੇ ਨੇ ਵੀ ਅੱਜ ਸੰਡੇ ਆ, ਕਿਤੇ ਕੋਈ ਫਿਲਮ ਵਗੈਰਾ ਦੇਖਣ ਚੱਲਦੇ ਆ ਜਾਂ ਕਿਤੇ ਘੁੰਮਣ ਚੱਲਦੇ ਆ, ਪਰ ਤੁਸੀਂ ਆ ਕੇ ਟਰੱਕ ਦੀ ਸੀਟ ਤੇ ਬਹਿ ਜਾਂਦੇ ਹੋ। ਉਹ ਵੀ ਕਿਤੇ ਨਾ ਕਿਤੇ ਗੁੱਸੇ ਤਾਂ ਹੁੰਦੇ ਨੇ ਵੀ ਇੱਕ ਸੰਡੇ ਦਿਨ ਹੁੰਦਾ ਵਿਹਲਾ, ਉਹ ਵੀ ਤੁਸੀਂ ਇੱਧਰ ਗੁਜ਼ਾਰ ਦਿੰਦੇ ਹੋ। ਵੈਸੇ ਮੈਂ ਕਹਾਂ ਜੱਸੀ, ਇੱਕ ਜਦੋਂ ਤੁਸੀਂ ਸਿਆਸਤਦਾਨ ਹੋ ਜਾਂਦੇ ਹੋ ਜਾਂ ਤੁਸੀਂ ਇੱਕ ਸੋਸ਼ਲੀ ਫਿਗਰ ਬਣ ਜਾਂਦੇ ਹੋ ਤਾਂ ਔਰ ਬਹੁਤ ਸਾਰੀਆਂ ਚੀਜ਼ਾਂ ਕਰਦੇ ਹੋ, ਤਾਂ ਐਤਵਾਰ ਰਾਤ ਦੀ ਚੀਜ਼ ਮੇਰੇ ਲਾਈਫ ਦੇ ਵਿੱਚ ਤਾਂ ਹੈ ਨਹੀਂ। ਮੈਨੂੰ ਐਂ ਲੱਗਦਾ ਹੁੰਦਾ ਵੀ ਐਤਵਾਰ
ਬਾਕੀ ਦਿਨਾਂ ਨਾਲੋਂ ਵੀ ਜ਼ਿਆਦਾ ਹੈਵੀ ਤੇ ਹੈਕਟਿਕ ਹੁੰਦਾ ਹੈ, ਜਿਹਦੇ ਵਿੱਚ ਸਾਰੀਆਂ ਫੈਮਿਲੀ ਦੀਆਂ ਰਿਸਪੌਂਸਿਬਿਲਟੀਜ਼, ਭੋਗਾਂ ਤੇ ਵੀ ਉਸੇ ਦਿਨ ਜਾਣਾ ਹੈ, ਵਿਆਹਾਂ ਤੇ ਵੀ ਜਾਣਾ ਹੈ, ਲਾਈਕ ਆਪਦੀ ਟਰਾਂਸਪੋਰਟ ਲਈ ਜਾਂ ਆਪਣੇ ਪੈਟਰੋਲ ਪੰਪ ਲਈ ਵੀ ਅੱਜ ਦੇ ਦਿਨ ਹੀ ਜ਼ਿਆਦਾ ਥੋੜ੍ਹਾ ਟਾਈਮ ਨਿਕਲ ਸਕਦਾ ਹੈ, ਕਿਉਂਕਿ ਬਾਕੀ ਤੁਹਾਨੂੰ ਪਤਾ ਹੈ ਵੀ ਮੈਂ ਡਿਜ਼ਾਈਨਰ ਹਾਂ, ਇੱਕ ਡਿਜ਼ਾਈਨਿੰਗ ਨੂੰ ਕਿੰਨੀ ਬਰੀਕੀ ਦੇ ਨਾਲ ਕੰਮ ਕਰਨਾ ਪੈਂਦਾ ਹੈ, ਤਾਂ ਸਾਰੇ ਦਿਨ ਬੀ ਬਿਊਟੀਫੁਲ ਤੇ ਹੋਈਦਾ। ਤੋ ਸੰਡੇ ਦਾ ਦਿਨ ਹਾਂ ਕੋਸ਼ਿਸ਼ ਕਈ ਵਾਰ ਹੁੰਦੀ ਹੈ, ਹੁਣ ਆਉਂਦੇ ਹੋਏ ਜਿਵੇਂ ਮੇਰੀ ਬੇਟੀ ਸੀਗੀ ਵਿਚਾਲੜੀ, ਉਹ ਮੇਰੇ ਨਾਲ ਥੋੜ੍ਹੀ ਜਿਹੀ ਨਾਰਾਜ਼ ਸੀ, ਮੰਮਾ ਤੁਸੀਂ ਮੈਨੂੰ ਸਾਇੰਸ ਦਾ ਵਾਟਰ ਚੈਪਟਰ ਕਰਾਉਣਾ ਸੀਗਾ ਤੇ ਹੁਣ ਤੁਸੀਂ ਕਿੱਧਰ ਚੱਲੇ। ਤੋ ਮੈਂ ਉਹਨੂੰ ਕਿਹਾ ਵੀ ਮੈਂ ਵਾਪਸ ਆ ਜਾ, ਮੈਂ ਥੋੜ੍ਹਾ ਜਿਹਾ ਪੰਪ ਤੇ ਕੰਮ ਜਾਇਆ ਵਾਂ, ਮੈਂ ਤੇ ਮੇਰੇ ਹਸਬੈਂਡ ਅਸੀਂ ਇਕੱਠੇ ਹੀ ਆ ਗਏ ਸੀਗੇ ਵੀ ਨਾਲੇ ਉਹ ਆਪਦਾ ਕੰਮ ਦੇਖ ਲੈਣਗੇ, ਵੀ ਉਸ ਤੋਂ ਬਾਅਦ ਆ ਕੇ ਤੈਨੂੰ ਵਾਟਰ ਪਹਿਲਾਂ ਆਪ ਪੜੂੰਗੀ ਫਿਰ ਤੈਨੂੰ ਸਮਝਾਉਂਗੀ ਨਾ, ਫਿਰ ਆ ਕੇ ਤੈਨੂੰ ਸਮਝਾਉਣੀ ਆ। ਅਮਰਿਤ ਜੀ, ਜੇਕਰ ਗੱਲ ਕਰ ਲਈਏ ਤਾਂ ਲਗਾਤਾਰ ਬਹੁਤ ਸਾਰੇ ਪੋਲੀਟੀਕਲ ਲੀਡਰਾਂ ਦੀ ਮੈਂ ਗੱਲ ਕਰਾਂ ਤਾਂ ਹੁਣ ਚਰਚਾ ਹੋ ਰਹੀ ਹੈ, ਕਹਿੰਦੇ ਵੀ ਟਰੱਕਾਂ ਵਾਲਿਆਂ ਦੀ ਵੀ ਸੁਣੀ ਜਾ ਰਹੀ ਹੈ, ਤੇ ਤੁਸੀਂ ਵੀ ਉਹਨਾਂ ਚੋਂ ਇੱਕੋ, ਭਾਵੇਂ ਟਰਾਂਸਪੋਰਟਰ ਹੋ ਨਾਲ ਵੀ ਤੁਸੀਂ ਆਪ ਵੀ ਗੱਡੀ ਡਰਾਈਵ ਕਰ ਲੈਂਦੇ ਹੋ। ਮੈਂ ਦੇਖਿਆ 100 150 ਕਿਲੋਮੀਟਰ ਗੱਡੀ ਡਰਾਈਵ ਕਰਕੇ ਨਾਲੇ ਤਾਂ ਚੈੱਕ ਕਰ ਲਈਦੀ ਹੈ ਤੇ ਨਾਲੇ ਇਹ ਦੇਖ ਲਈਦਾ ਵੀ ਡਰਾਈਵਰਾਂ ਨੂੰ ਮੁਸ਼ਕਲਾਂ ਕੀ ਆਉਂਦੀਆਂ ਨੇ। ਅਰੇ ਬਿਲਕੁਲ ਜੱਸੀ, ਈਵਨ ਮੈਂ ਇਨਫੈਕਟ ਕਵਾਂ ਵੀ ਚਲੋ ਆਹ ਗੱਡੀਆਂ ਤਾਂ ਹੈਗੀਆਂ, ਤਾਂ ਇਨੋਵਾ ਮੈਂ ਪਿਛਲੇ ਹਫਤੇ ਹੀ ਮੈਂ ਜੈਪੁਰ ਗਈ ਹੋਈ ਸੀ, ਸਵਾਈ ਮਾਧੋਪੁਰ ਗਈ, ਪਹਿਲਾਂ ਵਾਇਆ ਪਟਿਆਲੇ ਆਪਦੇ ਪੇਰੈਂਟਸ ਨੂੰ ਪਿਕ ਕੀਤਾ, ਤਾਂ ਮੈਂ 700 ਕਿਲੋਮੀਟਰ 700-800 200 ਕਿਲੋਮੀਟਰ ਵਿੱਚ ਜੀ ਕੋਈ ਰੋਂਗ ਟਰੈਕ ਹੋ ਗਿਆ ਸੀਗਾ, 800-850 ਕਿਲੋਮੀਟਰ ਵੀ ਮੈਂ ਡਿਸਟੈਂਸ ਟਰੈਵਲ ਕੀਤਾ ਇਨੋਵਾ ਤੇ। ਪਰ ਮੈਨੂੰ ਜਦੋਂ ਮੈਂ ਮੇਨ ਹਾਈਵੇਜ਼ ਤੇ ਚੜ੍ਹ ਗਈ ਤਾਂ ਇੰਨੀ ਦਿੱਕਤ ਆ ਰਹੀ ਸੀਗੀ ਵੀ ਕਿਤੇ ਵਾਸ਼ਰੂਮਸ ਨਹੀਂ, ਜਿਹੜੇ ਨਵੇਂ ਐਕਸਪ੍ਰੈਸਵੇਜ਼ ਬਣੇ ਨੇ ਕੋਈ ਵਾਸ਼ਰੂਮ ਨਹੀਂ ਦਿਖ ਰਿਹਾ, ਕੋਈ ਪੈਟਰੋਲ ਪੰਪ ਨਹੀਂ ਦਿਖ ਰਿਹਾ, ਔਰ ਮੈਂ ਵੇਖ ਰਹੀ ਸੀ ਵੀ ਮੈਂ ਤਾਂ ਇੰਨੀ ਕੰਫਰਟੇਬਲ ਕਾਰ ਦੇ ਵਿੱਚ ਆ, ਤੇ ਜੇ ਡਰਾਈਵਰਾਂ ਦੇ ਪੱਖ ਤੋਂ ਮੈਂ ਦੇਖਾਂ ਤਾਂ ਕਿਤੇ ਰੁਕਣ ਲਈ ਕਿਤੇ ਸਟੇ ਨਹੀਂ ਹੈ ਜਾਂ ਪ੍ਰੋਪਰ ਹੈ ਨਹੀਂਗਾ, ਔਰ ਜਿਨ੍ਹਾਂ ਨੇ ਹਜ਼ਾਰਾਂ ਕਿਲੋਮੀਟਰ, ਮੇਰੇ ਵਰਗਾ ਤਾਂ ਇੱਕ ਦਿਨ 'ਚ ਹੀ ਥੱਕ ਕੇ ਹੰਬ ਗਿਆ ਵੀ ਉਹ ਪੈਰ ਦੁਖਣ ਲੱਗ ਗਏ, ਗਿੱਟੇ ਦੁਖਣ ਲੱਗ ਗਏ, ਵੀ ਜਿਨ੍ਹਾਂ ਦਾ ਰੋਜ਼ ਦਾ ਕੰਮ ਹੈ ਉਹਨਾਂ ਦੀ ਲਾਈਫ ਨੂੰ ਐਡੇ ਵੱਡੇ ਵੱਡੇ ਐਕਸਪ੍ਰੈਸਵੇਜ਼ ਤਾਂ ਬਣ ਗਏ ਨੇ। ਪਰ ਮੈਂ ਕਹਾਂ ਵੀ ਹੁਣ ਜਿਵੇਂ ਆਪਾਂ ਬਠਿੰਡੇ ਬੈਠੇ ਹਾਂ, ਬਠਿੰਡੇ ਤੋਂ ਸਾਡੀਆਂ ਗੱਡੀਆਂ ਤਾਂ ਜਾਂਦੀਆਂ ਨੇ ਸ਼੍ਰੀਨਗਰ ਵੱਲ, ਤਾਂ ਜੇ ਜੀਦੇ ਤੋਂ ਬਾਅਦ ਅੱਗੇ ਜਾਈਏ ਤਾਂ ਟਰੱਕ ਲੇ ਬਾਏ ਬਣੀ ਹੁੰਦੀ ਆ, ਤਾਂ ਇੱਕ ਲੇ ਬਾਏ ਬਣਨ ਦੇ ਨਾਲ ਪੂਰਾ ਇਨਫਰਾਸਟ੍ਰਕਚਰ ਵੀ ਬਣਿਆ ਹੋਇਆ ਹੈ, ਸਾਰਾ ਇੱਕ ਕਮਰੇ ਬਣੇ ਹੋਏ ਨੇ। ਤਾਂ ਮੈਂ ਇਨਕੁਆਇਰੀ ਜਦੋਂ ਮੇਰੇ ਹਸਬੈਂਡ ਤੋਂ ਹੀ ਪੁੱਛਦੀ ਸੀ, ਕਹਿੰਦੇ ਵੀ ਇਹ ਟਰੱਕਾਂ ਵਾਲਿਆਂ ਦੀ ਫੈਸਿਲਿਟੀ ਲਈ ਬਣੇ ਨੇ, ਪਰ ਅੱਜ ਦੇ ਟਾਈਮ 'ਚ ਜੇ ਉੱਥੇ ਦੇਖੋ ਕਬਾੜ ਹੈ, ਉਹ ਬਣੇ ਸੀਗੇ ਵੀ ਉੱਥੇ ਉਹ ਲੋਕ ਡਰਾਈਵਰ ਸਟੇ ਕਰ ਸਕਣ। ਮੈਂ ਜਿਵੇਂ ਕਹੂੰਗੀ ਵੀ ਲੀਡਰ ਰਾਹੁਲ ਗਾਂਧੀ ਜੀ ਨੇ ਪੰਜਾਬ ਦੇ ਟਰੱਕਾਂ ਦੇ ਉੱਤੇ ਬਹਿ ਕੇ ਹਿੰਦੁਸਤਾਨ ਦੇ ਟਰੱਕਾਂ ਦੇ ਵਿੱਚ ਸਫ਼ਰ ਕੀਤਾ, ਫਿਰ ਉਹ ਅਮਰੀਕਾ ਚਲੇ ਗਏ, ਉੱਥੇ ਟਰੱਕਾਂ ਦੇ ਵਿੱਚ ਸਫ਼ਰ ਕੀਤਾ, ਤਾਂ ਬੇਸਿਕਲੀ ਡਿਫਰੈਂਸ ਸਮਝਾਇਆ ਵੀ ਉੱਥੇ ਕੀ ਫ਼ਰਕ ਸੀਗਾ, ਇੱਥੇ ਕੀ ਫ਼ਰਕ ਸੀ, ਫੈਸਿਲਿਟੀਜ਼ ਦੇ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਸੀਗਾ। ਔਰ ਉਸ ਤੋਂ ਬਾਅਦ ਸਾਡੇ ਰੋਡ ਐਂਡ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਜੀ ਦਾ ਬਿਆਨ ਆਉਂਦਾ ਵੀ ਆਪਾਂ ਗੈਸ ਇਹਨਾਂ ਦੇ ਟਰੱਕ ਕੈਬਿਨਸ ਨੂੰ ਏਸੀ ਕਰਾਂਗੇ। ਚੰਗਾ ਇਨੀਸ਼ੀਏਟਿਵ ਹੈ, ਚੰਗੀ ਗੱਲ ਹੈ। ਜੇ ਸਾਰੇ BS ਮਤਲਬ ਜਿਵੇਂ ਟੈਕਨੋਲੋਜੀ ਐਡਵਾਂਸ ਹੋ ਰਹੀ ਆ ਤਾਂ ਉਵੇਂ ਏਸੀ ਕੈਬਿਨ ਆ ਜਾਣਗੇ, ਕਿਉਂਕਿ ਜਿਹੜਾ ਡਰਾਈਵਰ ਕਮਿਊਨਿਟੀ ਹੈ ਤੇ ਡਰਾਈਵਰਾਂ ਦੇ ਬੈਟਰਮੈਂਟ ਦੇ ਲਈ ਆਪਾਂ ਕਹੀਏ ਵੀ ਇਸ ਲਾਈਨ ਦੇ ਵਿੱਚ ਸਕੋਪ ਬਹੁਤ ਹੈ। ਪਰ ਗੱਲਬਾਤ ਕਰੀਏ, ਚੱਲਦੇ ਵੀ ਰਹਿੰਦੇ ਕਿਉਂਕਿ ਤੁਸੀਂ ਵੀ ਮੰਜ਼ਿਲ ਤੇ ਜਾਣਾ ਤੇ ਸਾਨੂੰ ਵੀ ਇਹ ਵੀ ਥੋੜਾ ਜਿਹਾ ਬਠਿੰਡਾ ਨੇੜੇ ਹੋ ਜੇ। ਬਿਲਕੁਲ। ਤੋ ਡਰਾਈਵਰਾਂ ਦੀ ਗੱਲ ਕਰੀਏ ਤਾਂ ਡਰਾਈਵਰਾਂ ਦੀ ਲਾਈਫ ਦੇ ਵਿੱਚ ਇੰਨਾ ਜ਼ਿਆਦਾ ਮੁਸ਼ਕਿਲ ਪ੍ਰੋਬਲਮਸ ਨੇ, ਔਰ ਆਪਣੇ ਕੋਲੇ ਇੰਨਾ ਸਾਰਾ ਯੂਥ ਹੈ ਜਿਹੜਾ ਉਹ ਅਨਐਮਪਲੋਇਡ ਆ। ਅਨਐਮਪਲੋਇਮੈਂਟ ਹੈ, ਇੱਕ ਪਾਸੇ ਨੌਕਰੀਆਂ ਮਿਲਦੀਆਂ ਨਹੀਂ, ਇੱਕ ਪਾਸੇ ਟਰਾਂਸਪੋਰਟ ਲਾਈਨ ਦੇ ਵਿੱਚ ਨੌਕਰੀਆਂ ਹੈਗੀਆਂ ਨੇ, ਪਰ ਉਹ ਨੌਕਰੀਆਂ ਮੈਂ ਕਹਾਂ ਵੀ ਡਿਮਾਂਡ ਐਂਡ ਸਪਲਾਈ ਮੈਚ ਨਹੀਂ ਕਰਦੀ ਹੈਗੀ। ਤੋ ਜੇ ਪ੍ਰੋਪਰ ਇਸ ਚੀਜ਼ ਨੂੰ ਡਰਾਈਵਰ ਇਸ ਜੌਬ ਨੂੰ ਹੀ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਕਰ ਦਿੱਤਾ ਜਾਵੇ, ਇਹਦੇ ਵਿੱਚ ਫੈਸਿਲਿਟੀਜ਼ ਜ਼ਿਆਦਾ ਹੋਣ, ਕੈਬਿਨਸ ਏਸੀ ਨੇ, ਉਹਨਾਂ ਦੀਆਂ ਵੈਲਫੇਅਰ ਸਕੀਮਸ ਨੇ, ਗਵਰਨਮੈਂਟ ਵੱਲੋਂ ਹੀ ਆਉਣ ਵੈਲਫੇਅਰ ਸਕੀਮਸ, ਤਾਂ ਆਈ ਥਿੰਕ ਵੀ ਲਾਈਫ ਕਾਫੀ ਬੈਟਰ ਹੋ ਸਕਦੀ ਹੈ। ਔਰ ਹੋਰ ਨੌਜਵਾਨ ਬੱਚੇ ਜਿਹੜੀ ਆਪਦੀ ਜੌਬ ਦੀ ਤਲਾਸ਼ 'ਚ ਨੇ, ਉਹ ਆਪਣੇ ਇਸ ਲਾਈਨ ਦੇ ਵਿੱਚ ਆਪਦਾ ਵਧੀਆ ਭਵਿੱਖ ਤੇ ਫਿਊਚਰ ਸਰਚ ਕਰ ਸਕਦੇ ਨੇ।
ਜੇਕਰ ਅਮਰਿਤ ਜੀ ਗੱਲ ਕਰੀਏ ਤਾਂ ਲਗਾਤਾਰ ਡਰਾਈਵਰਸ ਦੀ ਮੈਂ ਜ਼ਿੰਦਗੀ ਦੀ ਗੱਲ ਕਰਦਾ, ਕਿਉਂਕਿ ਕਹਿੰਦੇ ਸਵੇਰੇ ਨਿਕਲ ਜਾਣਾ ਹੈ ਤੇ ਸ਼ਾਮ ਨੂੰ ਇਹ ਨਹੀਂ ਪਤਾ ਵੀ ਘਰੇ ਵੜਨਾ ਕਿ ਨਹੀਂ ਵੜਨਾ। ਕਈ ਦਿਨ ਟੱਪ ਜਾਂਦੇ ਨੇ ਬਾਹਰ ਰੋਡ ਦੇ ਉੱਪਰ। ਤੁਸੀਂ ਵੀ ਡਰਾਈਵਰਾਂ ਦੇ ਨਾਲ ਅਕਸਰ ਮੈਂ ਦੇਖਿਆ ਵੀ ਜਦੋਂ ਤੁਸੀਂ ਗੱਲਬਾਤ ਕਰਦੇ ਹੋ, ਕਿਹੜੀਆਂ ਮੁਸ਼ਕਲਾਂ ਜ਼ਿਆਦਾ ਮੰਨਦੇ ਹੋ ਜਿਹੜੀਆਂ ਫੇਸ ਕਰਨੀਆਂ ਪੈਂਦੀਆਂ? ਦੇਖੋ, ਸਭ ਤੋਂ ਪਹਿਲੀ ਤਾਂ ਹੈ ਸਟੇ ਦੀ ਆ ਜਾਂਦੀ ਹੈ ਵੀ ਢਾਬੇ ਬਣੇ ਨੇ। ਜੇ ਆਪਾਂ ਸਰਕਾਰ ਦੇ ਪੁਆਇੰਟ ਆਫ ਵਿਊ ਨਾਲ ਲਾਈਏ ਵੀ ਕੈਬਿਨਸ ਏਸੀ ਹੋ ਜਾਣਗੇ, ਤਾਂ ਪਰ ਜਿਹੜੇ ਢਾਬਿਆਂ ਤੇ ਇਹਨਾਂ ਨੇ ਰੁਕਣਾ ਹੈ, ਜਿੱਥੇ ਖਾਣਾ ਖਾਣਾ ਹੈ, ਜਿੱਥੇ ਵਾਸ਼ਰੂਮਸ ਨੇ, ਉੱਥੇ ਫੈਸਿਲਿਟੀਜ਼ ਹੈ ਨਹੀਂ ਗੀਆਂ। ਰੋਡ ਸਾਈਡ ਦੇ ਉੱਤੇ ਟਰੱਕ ਲੇਬਾਏ ਬਣੀ ਹੈ, ਤਾਂ ਉੱਥੇ ਹਰ 400-500 ਕਿਲੋਮੀਟਰ ਦੇ ਉੱਤੇ ਜਾਂ ਕਿਤੇ ਸਰਕਾਰ ਆਪਦੇ ਲੈਵਲ ਤੇ ਬਣਾਵੇ ਵੀ ਜਿੱਥੇ ਇਹ ਲੋਕ ਰੁਕ ਸਕਣ, ਫਰੈਸ਼ ਹੋ ਸਕਣ, ਆਪਦਾ ਦਿਨ ਚੱਰਿਆ ਦੇ ਜਿਹੜੇ ਸਟਾਰਟਿੰਗ ਦਿਨ ਦੇ ਕੰਮ ਨੇ ਉਹ ਕਰ ਸਕਣ, ਤਿਆਰ ਹੋ ਸਕਣ ਤੇ ਫਿਰ ਅਗਲਾ ਦਿਨ ਆਪਦਾ ਸ਼ੁਰੂ ਕਰ ਸਕਣ। ਜਿਹੜਾ ਟਰੱਕ ਡਰਾਈਵਰ 1000 ਕਿਲੋਮੀਟਰ ਤੁਰ ਕੇ ਆਇਆ ਹੈ, ਜੇ ਉਹ ਰਾਤ ਨੂੰ ਚੱਜ ਨਾਲ ਸੌਂ ਵੀ ਨਹੀਂ ਪਾਊਗਾ ਤਾਂ ਫਿਰ ਅਗਲੇ ਦਿਨ ਵੀ ਉਹਨੇ ਕੰਮ ਕਰਨਾ, ਤਾਂ ਬਹੁਤ ਸਾਰੀਆਂ ਹਮੀਆਂ ਨਵੀਆਂ ਨੁਕਸਾਨ, ਐਕਸੀਡੈਂਟਸ ਵੀ ਹੋ ਜਾਂਦੇ ਨੇ। ਉਹਨਾਂ 'ਚ ਵੀ ਮੈਂ ਕਹੂੰਗੀ ਵੀ ਕਮੀ ਆਊਗੀ। ਲਗਾਤਾਰ ਪੋਲੀਟੀਕਲ ਲੀਡਰਾਂ ਦੀ ਗੱਲ ਕਰੀਏ ਤਾਂ ਟਰੱਕਾਂ ਵਾਲਿਆਂ ਵੱਲ ਕਹਿੰਦੇ ਰੁਝਾਨ ਵੱਧਦਾ ਆ ਰਿਹਾ ਹੈ। ਕਿਸ ਤਰ੍ਹਾਂ ਦੇਖਦੇ ਹੋ ਇਸ ਰੁਝਾਨ ਨੂੰ? ਕਿਉਂਕਿ ਟਰੱਕਿੰਗ ਦਾ ਨਾਂ ਹੀ ਨਹੀਂ ਕੋਈ ਲੈਂਦਾ ਸੀ, ਸੁਪਨਾ ਹੀ ਨਹੀਂ ਲੈਂਦਾ ਸੀ ਵੀ ਟਰੱਕਾਂ ਵਾਲਿਆਂ ਬਾਰੇ ਵੀ ਆਪਾਂ ਗੱਲਬਾਤ ਕਰਨੀ ਹੈ, ਭਾਵੇਂ ਉਹ ਕੋਈ ਲੀਡਰ ਹੁੰਦਾ ਤੇ ਭਾਵੇਂ ਕੋਈ ਸਰਕਾਰ ਹੁੰਦੀ। ਬਿਲਕੁਲ, ਮੈਂ ਇਹਦਾ ਕ੍ਰੈਡਿਟ ਦਊਂਗੀ ਰਾਹੁਲ ਗਾਂਧੀ ਨੂੰ, ਜਿਨ੍ਹਾਂ ਨੇ ਟਰੱਕ ਡਰਾਈਵਰਸ ਲਈ ਸੋਚਿਆ। ਬਿਕਾਜ਼ ਉਹਨਾਂ ਨੇ ਸ਼ੁਰੂਆਤ ਕੀਤੀ। ਮੇਰਾ ਤਾਂ ਦਿਲ ਦਾ ਸੁਪਨਾ ਸ਼ੁਰੂ ਤੋਂ ਹੀ ਹੈ ਟਰੱਕ ਡਰਾਈਵਰਸ ਦਾ ਵੈਲਫੇਅਰ। ਤਾਂ ਉਹਨਾਂ ਨੇ ਜਦੋਂ ਉਹਨਾਂ ਦੇ ਲਾਈਫ ਸਟਾਈਲ ਬਾਰੇ ਡਿਸਕਸ਼ਨ ਕੀਤੀਆਂ, ਆਪਾਂ ਸਾਰਿਆਂ ਨੇ ਇੰਟਰਵਿਊਜ਼ ਦੇਖੇ ਨੇ, ਹੈ ਨਾ, ਵੀ ਕੀ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਨੇ। ਉਹਨਾਂ ਦੀਆਂ ਤਨਖਾਹਾਂ ਬਹੁਤ ਘੱਟ ਨੇ, 24 ਘੰਟੇ ਡਰਾਈਵ ਕਰੀ ਜਾਂਦੇ ਨੇ। ਤਾਂ ਇਸ ਚੀਜ਼ ਤੋਂ ਸਰਕਾਰ ਵੀ ਪ੍ਰੈਜ਼ੈਂਟ ਹੋਈ ਔਰ ਉਹਨਾਂ ਦਾ ਹੀ ਕੰਪੈਰੀਜ਼ਨ ਹੋਇਆ ਜਦੋਂ ਅਮਰੀਕਾ ਦੇ ਟਰੱਕਸ ਦੇ ਵਿੱਚ ਉਹ ਬੈਠ ਕੇ, ਤੇ ਜ਼ਮੀਨ ਅਸਮਾਨ ਦਾ ਫਰਕ ਸੀਗਾ। ਸੜਕਾਂ ਤਾਂ ਆਪਾਂ ਬਹੁਤ ਖੂਬ ਠੀਕ ਅੱਛੀਆਂ ਬਣਾ ਲੀਆਂ ਨੇ ਫਿਰ ਵੀ, ਪਰ ਜਿਹੜੇ ਡਰਾਈਵਰ ਜਿਨ੍ਹਾਂ ਦਾ ਦੇਖੋ ਸਾਰੀ ਉਮਰ ਦੇ ਵਿੱਚੋਂ 95% ਟਾਈਮ ਸੜਕਾਂ ਤੇ ਟੱਪ ਜਾਣਾ ਹੈ, ਗੱਡੀਆਂ ਦੇ ਵਿੱਚ ਟੱਪ ਜਾਣਾ ਹੈ, ਤਾਂ ਉਹਨਾਂ ਨੂੰ ਬੈਟਰ ਫੈਸਿਲਿਟੀਜ਼ ਜਾਂ ਬੈਟਰ ਜੀਵਨ ਪ੍ਰੋਵਾਈਡ ਕਰਨ ਦੇ ਲਈ ਉਹਨਾਂ ਦੇ ਲਈ ਕੀ ਹੋਣਾ ਚਾਹੀਦਾ? ਐਕਸੀਡੈਂਟਲ ਬੀਮਾਸ ਨੂੰ ਹੋਰ ਰਿਫਾਈਨ ਕਰਨਾ ਚਾਹੀਦਾ ਹੈ। ਉਹਨਾਂ ਨੂੰ ਜਿਹੜੇ ਲਾਇਸੈਂਸਿਸ ਹੁੰਦੇ ਨੇ ਉਹਦੇ 'ਤੇ ਹੀ ਹੋਰ ਫੈਸਿਲਿਟੀਜ਼ ਮਿਲਣੀਆਂ ਚਾਹੀਦੀਆਂ ਨੇ, ਵੀ ਜਿਹਦੇ ਕੋਲੇ ਟਰੱਕ ਡਰਾਈਵਿੰਗ ਲਾਇਸੈਂਸ ਹੈ, ਹੈਵੀ ਵਹੀਕਲ ਲਾਇਸੈਂਸ ਹੈ, ਟਰੱਕ ਲਾਓ, ਬੱਸਾਂ ਲਾਓ, ਵੱਡੇ ਹੋਰ ਟਰਾਲੇ ਲਾਓ, ਤਾਂ ਉਹਨਾਂ ਨੂੰ ਸਪੈਸ਼ਲ ਫੈਸਿਲਿਟੀਜ਼ ਔਰ ਸਪੈਸ਼ਲ ਪ੍ਰਿਵਿਲੇਜ ਜਾਂ ਕੋਈ ਇਹੋ ਜਿਹੀ ਉਹ ਬਣਨੀ ਚਾਹੀਦੀ ਆ ਜਿਹਦੇ ਵਿੱਚ ਉਹਨਾਂ ਨੂੰ ਆਪਾਂ ਹੋਰ ਬੈਟਰ ਕਰ ਸਕੀਏ ਤੇ ਆਪਣੇ ਅਨਐਮਪਲੋਇਡ ਯੂਥ ਨੂੰ ਇਸ ਲਾਈਨ ਵੱਲ ਵੀ ਲਿਆ ਸਕੀਏ, ਡਿਮਾਂਡ ਐਂਡ ਸਪਲਾਈ ਦਾ ਮੈਚ ਕਰਾ ਸਕੀਏ। ਥੋੜਾ ਜਿਹਾ ਇੱਕ ਵਾਰ ਸਾਈਡ ਤੇ ਫੇਰ ਲਾ ਲਓ, ਆਪਾਂ ਗੱਲਬਾਤ ਕਰ ਲਈਏ, ਕਿਉਂਕਿ ਅਸੀਂ ਵਾਪਸ ਵੀ ਜਾਣਾ। ਤੁਸੀਂ ਤਾਂ ਗੱਡੀ ਸਿੱਧੀ ਲੰਮੇ ਰੂਟ ਨੂੰ ਪਾਤੀ, ਕਿਉਂਕਿ ਤੁਹਾਡਾ ਤਾਂ ਰੂਟ ਲੰਮਾ ਹੋਣਾ, ਅਸੀਂ ਵਾਪਸ ਵੀ ਜਾਣਾ। ਜੇਕਰ ਗੱਲ ਕਰੀਏ ਜੀ ਲਗਾਤਾਰ ਮੈਂ ਟਰੱਕਿੰਗ ਦੀ ਗੱਲ ਕਰਦਾ, ਕਿਉਂਕਿ ਟਰੱਕਿੰਗ ਦੇ ਵਿੱਚ ਭਾਵੇਂ ਜੇ ਫੋਰਨ ਦੀ ਆਪਾਂ ਗੱਲ ਕਰਦੇ ਤਾਂ ਆਊਟ ਆਫ ਕੰਟਰੀ ਦੀ ਗੱਲ ਕਰਦੇ ਹਾਂ, ਤਾਂ ਕਹਿੰਦੇ ਉੱਥੇ ਟਰੱਕਾਂ ਵਾਲਿਆਂ ਨੂੰ ਬਹੁਤ ਚੰਗਾ ਸਮਝਿਆ ਜਾਂਦਾ। ਕਹਿੰਦੇ ਜੇ ਕੈਨੇਡਾ ਜਾਂ ਅਮਰੀਕਾ ਜਾਂ ਇੰਗਲੈਂਡ ਕਿਤੇ ਵੀ ਕੋਈ ਬੰਦਾ ਬੱਚਾ ਟਰੱਕ ਚਲਾਉਂਦਾ ਤਾਂ ਕਹਿੰਦੇ ਉਹਨੂੰ ਰਿਸ਼ਤਾ ਕਰਨਾ ਹੋਵੇ ਤਾਂ ਕੁੜੀ ਵਾਲੇ ਏਅਰਪੋਰਟ 'ਤੇ ਕੁੜੀ ਲੈ ਕੇ ਪਹੁੰਚ ਜਾਂਦੇ ਵੀ ਇਹਨੂੰ ਰਿਸ਼ਤਾ ਕਰ ਦਿਓ ਜੀ। ਤੇ ਜੇ ਕਿਤੇ ਇੰਡੀਆ ਦੀ ਗੱਲ ਕਰ ਲਈਏ ਤਾਂ ਇੰਡੀਆ 'ਚ ਕਹਿੰਦੇ ਟਰੱਕਾਂ ਵਾਲਿਆਂ ਨੂੰ ਰਿਸ਼ਤਾ ਕਰੋ, ਇਹ ਟਰੱਕ ਡਰਾਈਵਰ ਹੀ ਹੈ। ਹਾਂ ਬਿਲਕੁਲ ਉਹੀ ਹੈ ਨਾ, ਪੈਸਾ ਤੇਰੇ 3 ਨਾਮ, ਪਰਸੂ ਪਰਸਾ ਪਰਸਰਾਮ। ਮੈਂ ਗੱਡੀ ਹਜੇ ਨਾ ਥਾਂ ਦੇਖ ਕੇ ਲਾਉਣੀ ਆ, ਤੇ ਪਰਸੂ ਪਰਸਾ ਫਰਕ ਕੀ ਹੈ? ਗੱਡੀ ਠੀਕ ਹੈ, ਉੱਥੇ ਥੋੜੀ ਹਾਈ ਹੈ, ਉੱਥੇ ਡਰਾਈਵਰ ਨੂੰ $5000 ਬਣ ਜਾਂਦਾ। ਉਹ 5000 ਹੈ ਤਾਂ 5000 ਹੀ, ਉਹ 5000 ਕਨਵਰਟ ਹੋ ਕੇ ਕਿੰਨਾ ਹੈ ਡਾਲਰ, ਕਿੰਨਾ ਚੱਲਦਾ? 60-70 ਚੱਲਦਾ ਹੈ, ਤਾਂ 5-7 3.5-4 ਲੱਖ ਰੁਪਇਆ ਬਣ ਗਿਆ। ਤਾਂ ਆਪਾਂ ਉਹ ਕਨਵਰਜਨ ਵੈਲਿਊ ਹੀ ਦੇਖੀ ਜਾਂਦੇ। ਹਾਲਾਂਕਿ ਉਹਨਾਂ ਦੇ ਡਰਾਈਵਰਸ ਨੇ ਜਿਹੜੇ ਉਹਨਾਂ ਦੀਆਂ ਫੈਸਿਲਿਟੀਜ਼ ਗੱਡੀ ਦੇ ਵਿੱਚ ਲਾਈਫ ਬਹੁਤ ਬੈਟਰ ਹੈ, ਔਰ ਆਪਣੇ ਤਾਂ ਪੰਜਾਬ ਦੇ ਪੰਜਾਬੀ ਮੈਂ ਕਹਾਂ ਵੀ ਇੰਨੇ ਵਧੀਆ ਨੇ, ਜਾਂ ਇਹਨੂੰ ਨੈਗੇਟਿਵ ਵੀ ਲੈ ਸਕਦੇ ਹੋ ਤੁਸੀਂ, ਕਿ ਵੱਡੀਆਂ ਪੜ੍ਹਾਈਆਂ ਕਰਕੇ ਤੇ ਉਹ ਇਸ ਪ੍ਰੋਫੈਸ਼ਨ ਨੂੰ ਇਹਨੂੰ ਚੂਜ਼ ਕਰਦੇ ਨੇ। ਇੱਥੇ ਕਹਿ ਦਈਏ ਕਿਸੇ ਦੇ ਧੀ ਪੁੱਤ ਨੂੰ ਵੀ ਟਰੱਕ ਚਲਾ ਲਾ ਜੀ, ਕਹਿੰਦੇ ਇੱਥੇ ਟਰੱਕ ਹੀ ਚਲਾਉਣਾ ਹੈ, ਉੱਥੇ ਜਾ ਕੇ ਟਰੱਕ ਚਲਾਉਣਾ ਚੰਗਾ ਸਮਝਦੇ ਆ, ਪਰ ਇੱਥੇ ਆਪਦੇ ਪੈਸੇ ਲਾ ਕੇ ਜੇ ਆਪਦੀ ਗੱਡੀ ਵੀ ਚਲਾਉਣੀ, ਅੱਜ ਤੁਸੀਂ ਆਪਦੀ ਗੱਡੀ ਵੀ ਚਲਾ ਰਹੇ ਹੋ, ਤੁਹਾਡੇ ਕੋਲ ਸਾਰੀਆਂ ਸੁੱਖ ਸਹੂਲਤਾਂ, ਫਿਰ ਵੀ ਤੁਸੀਂ ਡਰਾਈਵ ਕਰਦੇ ਹੋ, ਆ ਕੇ ਚੈੱਕ ਕਰਦੇ ਹੋ। ਪਰ ਮੈਨੂੰ ਨਹੀਂ ਲੱਗਦਾ ਵੀ ਜਿਹੜੇ ਅੱਜ ਕੱਲ੍ਹ ਦੇ ਇੱਥੋਂ ਦੇ ਧੀ ਪੁੱਤ ਆ ਉਹ ਤਾਂ ਬਹੁਤ ਘੱਟ ਇੰਟਰਸਟ ਲੈਂਦੇ ਇਹਨਾਂ ਕੰਮਾਂ ਦੇ ਵਿੱਚ।
ਅੱਜ ਕੱਲ ਇੱਥੋਂ ਦੇ ਧੀ ਪੁੱਤ ਇੰਟਰਸਟ ਲੈਂਦੇ ਹੀ ਨਹੀਂਗੇ, ਆਪਣੀ ਖੇਤੀ 'ਚ ਇੰਟਰਸਟ ਨਹੀਂ ਲੈਂਦੇ। ਮੈਂ ਤੁਹਾਨੂੰ ਦੱਸਾਂ ਵੀ ਮੇਰਾ ਭਰਾ ਹੈ ਨਾ, BBA ਆ ਤੇ ਉਹ ਖੇਤੀ ਕਰਦਾ, ਸਾਰਾ ਟਾਈਮ ਉਹਦਾ ਖੇਤੀ 'ਚ ਲੰਘ ਜਾਂਦਾ। ਉਹਨੂੰ ਕਿਸੇ ਨੇ ਕਿਹਾ ਵੀ ਤੂੰ ਕਿਉਂ ਨਹੀਂ ਬਾਹਰ ਜਾਂਦਾ, ਤੇਰੇ ਕੋਲ ਇੰਨੀ ਜ਼ਮੀਨ ਜਾਇਦਾਦ ਹੈ, ਕਹਿੰਦਾ ਉੱਥੇ ਜਾ ਕੇ ਮੈਂ ਕੰਮ ਕਰੂੰਗਾ ਕਿਸੇ ਦੇ, ਇੱਥੇ ਮੈਂ 50-60 ਜਣਿਆਂ ਨੂੰ ਨੌਕਰੀ ਦੇਈ ਜਾਂਦਾ ਹੈ, 50-60 ਪਰਿਵਾਰਾਂ ਦਾ ਘਰ ਢਿੱਡ ਭਰੀ ਜਾਂਦਾ। ਆਲੂ ਵਗੈਰਾ ਜ਼ਿਆਦਾ ਲਗਾਉਂਦੇ ਨੇ ਪਟਿਆਲੇ ਵਾਲੇ ਸਾਈਡ, ਤੇ ਕਹਿੰਦਾ ਮੈਂ ਆਪਣੇ ਘਰੇ ਖੁਸ਼ ਹਾਂ, ਮੈਂ ਕਿਉਂ ਜਾਵਾਂ। ਤੋ ਇਟਸ ਲਾਈਕ ਕਿ ਤੁਹਾਡੇ ਤੇ ਆ, ਆਪਾਂ ਇੰਡੀਆ ਦੇ ਵਿੱਚ ਵੀ ਦੇਖੋ ਡਰਾਈਵਰ ਜੇ 20-25 ਹਜ਼ਾਰ ਦੀ ਨੌਕਰੀ ਆ ਟਰੱਕ ਦੇ ਵਿੱਚ ਆਪਦੇ ਇਹਦੇ ਚੋਂ ਕਮਾਉਂਦਾ ਹੈ ਤਾਂ ਅੱਛਾ ਹੈ, ਮਾੜਾ ਨਹੀਂ ਆ, ਠੀਕ ਹੈ। ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਅੱਗੇ ਵਧਾਉਂਦਾ। ਕਈ ਡਰਾਈਵਰ ਇਹੋ ਜਿਹੇ ਨੇ, ਕਈ ਮੈਨੂੰ ਅਜਿਹੇ ਜਾਣਦੇ ਨੇ ਰਾਜਸਥਾਨ ਦੇ ਨੇ ਜਿਨ੍ਹਾਂ ਨੇ ਡਰਾਈਵਰੀ ਤੋਂ ਸ਼ੁਰੂ ਕੀਤਾ, ਫਿਰ ਉਹਨਾਂ ਨੇ ਇੱਕ ਗੱਡੀ ਪਾ ਲਈ। ਔਰ ਇਹੀ ਕਹਾਣੀ ਮੈਂ ਜੇ ਕਹਾਂ ਵੀ ਮੈਂ ਮੇਰੇ ਨਾਨਾ ਜੀ ਦੀ ਹੈ, ਉਹਨਾਂ ਨੇ ਬੱਸ ਡਰਾਈਵਰੀ ਤੋਂ ਸ਼ੁਰੂ ਕੀਤਾ ਸੀ ਕੈਲਕਟਾ, ਫਿਰ ਇੱਕ ਬੱਸ ਪਾਈ, ਫਿਰ 2 ਬੱਸ ਪਾਈਆਂ, ਫਿਰ ਬਠਿੰਡੇ ਆ ਕੇ ਇੱਕ ਟਰਾਂਸਪੋਰਟ ਬਾਏ ਕਰ ਲਈ। ਹੁਣ ਅੱਜ ਪਰਮਾਤਮਾ ਦੀ ਮਿਹਰ ਨਾਲ ਪੂਰੇ ਹਿੰਦੁਸਤਾਨ ਦੇ ਵਿੱਚ ਮੈਂ ਕਹੂੰਗੀ, ਮੈਂ ਮਾਣ ਨਾਲ ਕਹਿੰਦੀ ਹਾਂ ਵੀ ਮੇਰੇ ਰਿਸ਼ਤੇਦਾਰ ਜ਼ਿਆਦਾਤਰ 90% ਮੇਰੇ ਰਿਸ਼ਤੇਦਾਰ ਟਰਾਂਸਪੋਰਟਰ ਸੀ। ਇਹਦਾ ਮਤਲਬ ਤੁਹਾਡੇ ਖੂਨ ਦੇ ਵਿੱਚ ਜਿਹੜੀ ਉਹ ਟਰਾਂਸਪੋਰਟ ਵਾਲੀ ਜਿਹੜੇ ਉਹ ਕਹਿੰਦੇ ਨਹੀਂ ਹੁੰਦਾ ਵੀ ਬਲੱਡ ਹੁੰਦਾ ਹੈ, ਉਹ ਰੜਕਦਾ ਹੈ ਕਿਤੇ ਨਾ ਕਿਤੇ, ਫਿਰ ਤਾਂ ਹੀ ਜੀ ਕਰਦਾ ਵੀ ਹੁਣ ਅੱਜ ਆਪਾਂ ਵੱਡੀ ਸੀਟ ਤੇ ਬੈਠ ਕੇ ਇੱਕ ਵਾਰ ਗੇੜਾ ਜ਼ਰੂਰ ਲਾ ਕੇ ਆਉਣਾ, ਗੱਲ ਕਰਨੀ ਹੈ। ਬਿਲਕੁਲ ਬਿਲਕੁਲ ਜੀ ਕਰਦਾ ਹੈ, ਔਰ ਮਾਣ ਮਹਿਸੂਸ ਹੁੰਦਾ ਹੈ ਆਪ ਨੂੰ ਕਿ ਔਰ ਆਪਣੇ ਕੰਮ ਦੇ ਵਿੱਚ ਕਾਹਦੀ ਸ਼ਰਮ, ਕੰਮ ਆਪਣਾ ਹੈ, ਗੱਡੀਆਂ ਆਪਣੀਆਂ ਨੇ, ਡਰਾਈਵਰ ਆਪਣੇ ਨੇ, ਟਰਾਂਸਪੋਰਟ ਆਪਣੀ ਹੈ। ਜੇ ਆਪਾਂ ਇਹਨੂੰ ਦੇਖ ਲਾਂਗੇ, ਥੋੜਾ ਜਿਹਾ ਖਿਆਲ ਰੱਖ ਲਾਂਗੇ, ਈਵਨ ਡਰਾਈਵਰ ਜਿੱਥੇ ਵੀ ਹੁੰਦੇ ਨੇ ਤਾਂ ਮੇਰੀ ਮੋਨੀਟਰਿੰਗ ਹੁੰਦੀ ਆ ਵੀ ਉਹ ਕਿੱਥੇ ਆ ਗਏ, ਕਿਹੜਾ ਟੋਲ ਪਲਾਜ਼ਾ ਕ੍ਰਾਸ ਕਰ ਲਿਆ, ਜਾਂ ਪੰਪੋਰ ਪਹੁੰਚ ਗਏ, ਜਾਂ ਉਹਨਾਂ ਨੂੰ ਸ਼੍ਰੀਨਗਰ ਕੋਈ ਪ੍ਰੋਬਲਮ ਆ ਗਈ, ਤਾਂ ਮੈਂ ਕੰਟੀਨਿਊਟੀ ਦੇ ਵਿੱਚ ਉਹਨਾਂ ਦੇ ਨਾਲ ਹਮੇਸ਼ਾ ਹੀ ਮੌਜੂਦ ਹੁੰਦੀ ਹਾਂ। ਔਰ ਇੱਥੇ ਨਿੱਜੀ ਜਿਹਾ ਸਵਾਲ ਹੈ, ਕਿਉਂਕਿ ਕਹਿੰਦੇ ਤੁਹਾਡੀਆਂ ਬਹੁਤ ਸਾਰੀਆਂ ਸਹੇਲੀਆਂ ਵੀ ਹੋਣਗੀਆਂ, ਇੱਕ ਕਹਿੰਦੇ ਨੇ ਫਰੈਂਡ ਸਰਕਲ ਬਹੁਤ ਵੱਡਾ ਹੋਊਗਾ, ਕਹਿੰਦੇ ਤਾਂ ਹੋਣੇ ਆ ਅੰਮ੍ਰਿਤ ਕਿੱਧਰ ਸਾਰਾ ਕੁਝ ਹੈਗਾ, ਘਰੇ ਏਸੀ ਵਾਲੀਆਂ ਕਾਰਾਂ ਖੜੀਆਂ, ਸਭ ਕੁਝ ਖੜਾ, ਕਿੱਧਰ ਟਰੱਕਾਂ ਨਾਲ ਪੰਗੇ ਲੈਂਦੀ ਫਿਰਦੀ ਐ, ਚੰਗਾ ਨਹੀਂ ਲੱਗਦਾ। ਕਦੇ ਕਿਸੇ ਨੇ ਨੈਗੇਟਿਵ ਕੀਤਾ ਕਿ ਪੋਜ਼ਿਟਿਵ ਹੀ ਕਰਦੇ ਆ? ਕਈ ਵਾਰ ਕਮੈਂਟਸ ਦੇ ਵਿੱਚ ਦੇਖੀਦਾ ਹੈ ਵੀ ਉਹਨਾਂ ਨੇ, ਲੋਕਾਂ ਨੇ ਡਰਾਈਵਰ ਬਣਾਤਾ, ਇਹ ਕਹਿਤਾ ਵੀ ਤੁਸੀਂ ਡਰਾਈਵਰ ਹੋ, ਪਰ ਹਜੇ ਤੱਕ ਮੈਂ ਕਹਾਂ ਵੀ ਮੇਰੇ ਪਰਿਵਾਰ ਦੇ ਵਿੱਚ ਜਾਂ ਮੇਰੀਆਂ ਸਹੇਲੀਆਂ ਫਰੈਂਡ ਸਰਕਲ ਦੇ ਵਿੱਚ ਉਹਨਾਂ ਨੂੰ ਮੇਰਾ ਪਤਾ ਹੈ ਵੀ ਮੈਂ ਬਹੁਤ ਸਾਰੀਆਂ ਚੀਜ਼ਾਂ ਕਰਦੀ ਰਹਿੰਦੀ ਹਾਂ। ਇਨਫੈਕਟ ਮੇਰੇ ਫਾਦਰ ਨੂੰ ਹੁਣੀ ਮੇਰੀ LLB ਹੋਈ ਆ, ਉਹਨਾਂ ਨੂੰ ਲੱਗਦਾ ਹੁੰਦਾ ਤੂੰ ਬੱਸ ਕਰ, ਬਹੁਤ ਪੜ੍ਹ ਲਿਆ, ਬਹੁਤ ਪੜ੍ਹ ਲਈ, ਹੁਣ ਨਾ ਕਰ, ਪਰ ਕਦੇ ਡਿਸਕਰੇਜ ਕਦੇ ਨਹੀਂ ਕੀਤਾ। ਮੇਰੇ ਉਹਨੇ ਨਹੀਂ ਕਿਹਾ ਵੀ ਛੱਡ ਭਰਾ ਕਿਉਂ ਟਰੱਕਾਂ ਨਾਲ ਪੰਗੇ ਲੈਣੀ ਹੈ ਧੀਏ? ਨਹੀਂ, ਕਦੇ ਨਹੀਂ ਕਿਹਾ। ਇਨਫੈਕਟ ਤੁਹਾਨੂੰ ਬੜੀ ਹੈਰਾਨੀ ਹੋਊਗੀ ਵੀ ਮੈਂ ਜਦੋਂ ਕਾਰ ਵੀ ਸਿੱਖੀ ਆ, ਵਿਆਹ ਤੋਂ ਪਹਿਲਾਂ ਮੇਰੇ ਮਦਰ ਨੇ ਸਿਖਾਈ ਤੇ ਚੰਗੀ ਤਰ੍ਹਾਂ ਆਈ ਨਹੀਂ ਸੀਗੀ, ਹੈ ਨਾ। ਵਿਆਹ ਹੋ ਗਿਆ ਤੇ ਵਿਆਹ ਤੋਂ ਬਾਅਦ ਵੀ ਮੈਂ ਕਾਰ ਹਜੇ ਡਰਦੀ ਸੀਗੀ। ਤਾਂ ਮੇਰੀ ਮਦਰ ਇਨ ਲਾਅ ਦੀ ਇੱਕ ਵਰਡਿੰਗ ਸੀਗੀ, ਮੈਨੂੰ ਅੱਜ ਵੀ ਘਰੇ ਕਾਰ ਖੜੀ ਸੀਗੀ, ਸਟੀਮ ਸੀ ਥੋੜੀ ਪੁਰਾਣੀ, ਮੈਨੂੰ ਕਹਿੰਦੇ ਗੱਡੀ ਲੈ ਜਾ, ਆ ਫੜ ਚਾਬੀ ਤੇ ਘਰੋਂ ਬਾਹਰ ਨਿਕਲ ਜਾ, ਸ਼ਾਮ ਤੱਕ ਨਾ ਬੜੀ, ਭਾਵੇਂ ਗੱਡੀ ਭੰਨ ਕੇ ਲਿਆ ਦੀ, ਤੇ ਘਰੇ ਆ ਕੇ ਮੈਨੂੰ ਇਹ ਕਹੀਂ ਵੀ ਮੈਨੂੰ ਚਲਾਣੀ ਆ ਗਈ ਤੇ ਮਾਂ ਹੁਣ ਕਿਤੇ ਜਾਣਾ ਹੈ ਤਾਂ ਦੱਸ, ਮੈਂ ਚਲਾ ਸਕਦੀ ਹਾਂ। ਇਹ ਮੇਰੇ ਮਦਰ ਇਨ ਲਾਅ ਨੇ, ਹੁਣ ਵੀ ਨੇ, ਇਹਨਾਂ ਦੀ ਉਹ ਵਰਡਿੰਗ ਸੀਗੀ। ਔਰ ਉਸ ਚੀਜ਼ ਨੇ ਮੇਰੇ ਤੇ ਕੀ ਅਸਰ ਪਾਇਆ ਵੀ ਮੇਰਾ ਇੱਕ ਤਾਂ ਡਰ ਖੁੱਲ੍ਹ ਗਿਆ ਵੀ ਗੱਡੀ ਵੱਜ ਨਾ ਜਾਵੇ, ਹੋਰ ਨਾ ਹੋ ਜਾਵੇ। ਤਾਂ ਮੈਂ ਘਰੋਂ ਗੱਡੀ ਲੈ ਗਈ, ਬਠਿੰਡੇ ਦੇ 2-4 ਗੇੜੇ ਲਾਏ ਤੇ ਮੈਨੂੰ ਐ ਹੋ ਗਿਆ ਵੀ ਹੁਣ ਨਹੀਂ ਡਰਦੇ। ਉਹ ਦਿਨ ਹੈ ਤੇ ਅੱਜ ਤੋਂ 15-16 ਸਾਲ ਹੋ ਗਏ, ਉਹ ਦਿਨ ਹੈ ਤੇ ਅੱਜ ਦਾ ਦਿਨ ਹੈ। ਆਪਾਂ ਕਿਸੇ ਵੀ ਗੱਡੀ 'ਚ, ਭਾਵੇਂ ਛੋਟੀ ਹੈ ਵੱਡੀ ਹੈ, ਲੌਂਗ ਡਿਸਟੈਂਸ ਹੈ ਛੋਟਾ ਹੈ, ਵੀ ਆਪਾਂ ਕਦੇ ਡਰੇ ਨਹੀਂ। ਤੇ ਉਸ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਆ, ਤੇ ਉਸ ਪਰਮਾਤਮਾ ਨੇ ਸਾਥ ਵੀ ਬਹੁਤ ਦਿੱਤਾ। ਪਿਛਲੀ ਇੰਟਰਵਿਊ ਦੇ ਵਿੱਚ ਇੱਕ ਤੁਹਾਡਾ ਡਾਇਲੋਗ ਬੜਾ ਮਸ਼ਹੂਰ ਹੋਇਆ, ਲੋਕਾਂ ਨੇ ਬੜਾ ਚੱਕਿਆ, ਕਹਿੰਦੇ ਵੀ ਕੁੜੀ ਨੇ ਕਹਿਤਾ ਵੀ ਕੁੜੀਆਂ ਤਾਂ ਜਹਾਜ਼ ਉਡਾਈ ਫਿਰਦੀਆਂ ਤਾਂ ਫਿਰ ਵੀ ਟਰੱਕ ਹੈ। ਬਿਲਕੁਲ ਬਿਲਕੁਲ, ਕੁੜੀਆਂ ਤਾਂ ਜਹਾਜ਼ ਉਡਾਈ ਫਿਰਦੀਆਂ ਨੇ। ਮੇਰੀ ਤਾਂ ਵੱਡੀ ਬੇਟੀ ਹੈ ਜਿਹੜੀ, ਉਹ ਪਟਿਆਲੇ ਸੀਗੀ, ਹੈ ਨਾ, ਸਕੂਲ 'ਚ ਫਲਾਈਂਗ ਕਲੱਬ 'ਚ ਉਹਨੇ 2 ਸੀਟਰ ਵਾਲਾ ਜਹਾਜ਼ ਉਡਾਇਆ। ਮੈਂ ਕਿਹਾ ਬੇਟਾ ਕਿਵੇਂ ਫੀਲ ਹੋਇਆ? ਕਹਿੰਦੀ ਬਹੁਤ ਵਧੀਆ ਸੀ। ਮਨ ਦੇ ਵਿੱਚ ਆਇਆ ਵੀ ਜਿਹਦੇ ਮਾਂ ਪਿਓ ਗੱਡੀਆਂ ਚਲਾਈ ਫਿਰਦੇ ਨੇ ਉਹਨਾਂ ਦੇ ਜਵਾਕਾਂ ਨੇ ਤਾਂ ਫਿਰ ਚਲਾਣੇ ਹੀ ਨੇ। ਕਹਿੰਦੀ ਬਹੁਤ ਅੱਛਾ ਸੀਗਾ।
ਤੇ ਐਪਰੀਸੀਏਸ਼ਨ ਮਿਲੀ ਮੈਨੂੰ ਵੀ, ਮੋਟਰ ਸਕਿੱਲਸ ਅੱਛੀਆਂ ਨੇ। ਮੈਂ ਕਿਹਾ ਫਿਰ ਤੂੰ ਚਲਾ ਲਾ। ਕਹਿੰਦੇ ਨਹੀਂ ਹਜੇ ਆ ਨਹੀਂ, ਮੈਂ ਹੋਰ ਕੁਝ ਕਰਨਾ। ਮੈਂ ਕਿਹਾ ਜੀ ਪੰਜਾਬ ਦੀ ਠੀਕ ਗੱਲ ਆ। ਕਰੀਏ ਤਾਂ ਪੰਜਾਬ ਦੇ ਵਿੱਚ ਧੀਆਂ ਅਕਸਰ ਕਹਿੰਦੇ ਵੀ ਧੀਆਂ ਨਾ ਬਹੁਤ ਲਾਡਲੀਆਂ ਰੱਖੀਆਂ ਹੁੰਦੀਆਂ ਹੈਗੀਆਂ, ਜ਼ਿਆਦਾਤਰ ਕਹਿੰਦੇ ਫੁੱਲਾਂ ਵਾਂਗੂ ਰੱਖਦੇ ਆ ਮਾਪੇ, ਕਹਿੰਦੇ ਵੀ ਸਾਡੀ ਧੀ ਨੂੰ ਆਂਚ ਨਾ ਆ ਜੇ। ਕੀ ਕਹੋਗੇ ਵੀ ਅਕਸਰ ਧੀਆਂ ਨਾ ਸੋਚਦੀਆਂ ਵੀ ਆਹ ਕੰਮ ਮੈਥੋਂ ਨਹੀਂ ਹੋਣਾ, ਇਹ ਤਾਂ ਬਹੁਤ ਵੱਡਾ ਕੰਮ ਹੈ। ਜਿਵੇਂ ਤੁਸੀਂ ਕਿਹਾ ਵੀ ਜਹਾਜ਼ ਚਲਾਈ ਫਿਰਦੀਆਂ, ਬਿਲਕੁਲ ਚਲਾਈ ਫਿਰਦੀਆਂ, ਪਰ ਪੰਜਾਬ ਦੀ ਮੈਂ ਜ਼ਿਆਦਾਤਰ ਗੱਲ ਕਰਾਂ, ਇੰਡੀਆ ਦੀ ਜ਼ਿਆਦਾਤਰ ਗੱਲ ਕਰਾਂ ਤਾਂ ਜੇ ਟਰਾਂਸਪੋਰਟ ਦੇ ਬਿਜ਼ਨਸ ਦੀ ਮੈਂ ਗੱਲ ਕਰਾਂ ਤਾਂ ਬਹੁਤ ਘੱਟ ਹੋਣਗੀਆਂ। ਮੈਨੂੰ ਲੱਗਦਾ ਵੀ ਤੁਸੀਂ ਪੰਜਾਬ ਕੀ ਭਾਰਤ ਦੇ ਵਿੱਚ ਇਕੱਲੇ ਹੀ ਹੋਵੋਗੇ ਜਿਹੜੇ ਟਰਾਂਸਪੋਰਟਰ ਹੋ, ਬਹੁਤ ਘੱਟ ਹੋਊਗੀ ਕੋਈ ਧੀ ਹੋਊਗੀ ਜਿਹੜੀ ਇਸ ਬਿਜ਼ਨਸ ਦੇ ਵਿੱਚ ਵੀ ਆਉਣਾ ਚਾਹੁੰਦੀ ਹੋਊਗੀ। ਬਿਲਕੁਲ ਜੀ, ਇਹ ਮੈਂ ਕਹੂੰਗੀ ਵੀ ਮਾਂ ਪਿਓ ਦਾ ਲਾਡ ਜਿਹੜਾ ਹੈਗਾ ਨਾ ਕੁੜੀਆਂ ਲਈ ਤਰਾਸਦੀ ਬਣ ਜਾਂਦਾ ਹੈ। ਲਾਡ ਤੇ ਪ੍ਰੋਟੈਕਸ਼ਨ ਦੇ ਵਿੱਚ ਫਰਕ ਹੈ। ਜਦੋਂ ਮਾਂ ਪਿਓ ਧੀ ਨੂੰ ਇੱਕ ਸਮਾਨ ਵਾਂਗ ਸੰਭਣ ਲੱਗ ਜਾਂਦੇ ਨੇ ਵੀ ਨਹੀਂ ਬੇਟਾ ਇੱਥੇ ਹੀ ਨਹੀਂ ਜਾਣਾ। ਮੈਂ ਆਪਦੀ ਸ਼ੇਅਰ ਕਰਦੀ ਹਾਂ ਵੀ ਮੈਨੂੰ ਰੋਡ ਕ੍ਰਾਸ ਕਰਨ 'ਚ ਬਹੁਤ ਪ੍ਰੋਬਲਮ ਹੁੰਦੀ ਸੀ, ਕਿਉਂਕਿ ਮੈਂ ਇੰਨੀ ਕੁ ਉਹ ਸੀਗੀ ਵੀ ਕਦੇ ਕਰੇ ਗੱਡੀ 'ਚ ਜਾਂ ਉਹਦੇ 'ਚ ਕਰਿਆ ਸੀਗਾ। ਤਾਂ ਅੱਜ ਕਈ ਵਾਰ ਐਂ ਲੱਗਦਾ ਵੀ ਉਹ ਬੈਰੀਅਰ ਹੈ। ਔਰ ਮਾਂ ਪਿਓ ਨੂੰ, ਕੁੜੀਆਂ ਨੂੰ, ਮੇਰੇ ਮਾਂ ਪਿਓ ਨੇ ਤਾਂ ਬਹੁਤ ਚੀਜ਼ਾਂ ਦੇ ਵਿੱਚ ਚੱਲ ਤੂੰ ਕਰ, ਤੂੰ ਕਰਕੇ ਆ ਆਪਦਾ, ਤੇਰਾ ਕੋਈ ਵੀ ਦਿੱਕਤ ਹੈ ਤਾਂ ਆਪਦਾ ਆਪ ਸਾਂਭ, ਤਾਂ ਉਵੇਂ ਸੀਗਾ। ਔਰ ਮੈਂ ਇੱਕ ਹੋਰ ਚੀਜ਼ ਕਹੂੰਗੀ, ਕਿਉਂਕਿ ਮੈਂ ਮੁੰਡਿਆਂ 'ਚ ਪਲੀ ਬੜੀ ਹਾਂ, ਤਾਂ ਮੇਰੇ ਵਿੱਚ ਉਹ ਜੀਨਸ ਨੇ ਜਿਹੜੇ ਜਾਂ ਬੋਲਡਨੈਸ ਹੈ ਜਿਹੜੀ ਉਹ ਬॉयਜ਼ ਟਾਈਪ ਦੀ ਹੈ, ਉਹ ਤਾਂ ਆ ਗਈ ਮੇਰੇ 'ਚ ਬਾਈ ਡਿਫਾਲਟ ਆ ਗਈ। ਕਿਉਂਕਿ ਮੇਰੇ ਕਜ਼ਨਸ ਸੀਗੇ ਸਾਰੇ 12-13 ਕਜ਼ਨਸ ਦੀ ਮੈਂ ਇਕੱਲੀ ਸਿਸਟਰ ਸੀਗੀ, ਮੇਰੇ ਕਜ਼ਨਸ ਬਹੁਤ ਛੋਟੀਆਂ ਸੀਗੀਆਂ। ਤੇ ਪਰ ਮਾਂ ਪਿਓ ਨੂੰ ਮੈਂ ਹੁਣ ਆਪਦੀਆਂ ਧੀਆਂ ਨੂੰ ਬਿਲਕੁਲ ਵੀ ਕੁੜੀਆਂ ਵਾਂਗ ਨਹੀਂ ਕਰੋ। ਕੋਈ ਉਹਨਾਂ ਨੂੰ ਸਕੂਲ 'ਚ ਦਿੱਕਤ ਹੈ ਜਾਂ ਕੋਈ ਦਿੱਕਤ ਹੈ, ਕੋਈ ਨਹੀਂ ਪੁੱਤ ਆਪਦਾ ਆਪ ਸਾਂਭ। ਲੜਾਈ ਹੈ, ਜੇ ਤੈਨੂੰ ਕੋਈ ਕੁੱਟਦਾ ਤੂੰ ਵੀ ਕੁੱਟਿਆ, ਕੋਈ ਨਹੀਂ ਬਾਅਦ 'ਚ ਦੇਖ ਲਾਂਗੇ, ਤੂੰ ਆਪੇ ਆਪਦਾ ਸਾਂਭ। ਤਾਂ ਉਹਨਾਂ ਨੂੰ ਔਰ ਆਪਦੀਆਂ ਚੀਜ਼ਾਂ ਦਾ ਕੰਮ ਕਰਨ ਦੇ ਲਈ ਉਹਨਾਂ ਨੂੰ ਆਪ ਰਿਸਪੌਂਸਿਬਲ ਬਣਾ ਰਹੇ ਆ ਵੀ ਕੱਲ੍ਹ ਨੂੰ ਅਸੀਂ ਹਮੇਸ਼ਾ ਥੋੜ੍ਹੀ ਰਵਾਂਗੇ ਉਹਨਾਂ ਦੇ ਨਾਲ। ਕੱਲ੍ਹ ਨੂੰ ਉਹ ਸੋਚਣ ਵੀ ਮੇਰਾ ਖਿਆਲ ਰੱਖਣ ਲਈ ਕੌਣ ਹੈ ਜਾਂ ਹੋਰ ਹੈ। ਜੋ ਚਾਹੀਦਾ ਹੈ ਸੈਲਫ ਡਿਪੈਂਡੈਂਟ ਬਣਾਉਣ ਦੀ ਕੋਸ਼ਿਸ਼ ਹੈ। ਔਰ ਜਿੱਥੇ ਅੱਜ ਕੱਲ੍ਹ ਦੇ ਈਵਨ ਮੈਂ ਕਹੂੰਗੀ ਮਾਪਿਆਂ ਨੂੰ ਵੀ ਮੇਰੀ ਇੱਕ ਸਲਾਹ ਹੀ ਹੈ ਵੀ ਜਦੋਂ ਤੁਸੀਂ ਹਮੇਸ਼ਾ ਕਹਿ ਦਿੰਦੇ ਹੋ ਰਿਸ਼ਤੇਦਾਰ ਆਇਆ, ਕੋਈ ਨਹੀਂ ਬੱਚਾ ਤਾਂ ਪੜ੍ਹਦਾ ਆਇਆ ਨਹੀਂ ਗਾ, ਤਾਂ ਜਿਹੜਾ ਤੁਸੀਂ ਉਹਨਾਂ ਨੂੰ ਪੜ੍ਹਾਈ ਦੇ ਉਹਦੇ 'ਚ ਸੈਕੂਲ ਅੱਡ ਕਰੀ ਜਾਂਦੇ ਹੋ, ਸੁਸਾਇਟੀ ਤੋਂ ਦੂਰ ਕਰੀ ਜਾਂਦੇ ਹੋ, ਰਿਸ਼ਤੇਦਾਰਾਂ ਤੋਂ ਦੂਰ ਕਰੀ ਜਾਂਦੇ ਹੋ, ਤੇ ਫਿਰ ਉਹ ਸੋਸ਼ਲ ਨਹੀਂ ਹੋਣਗੇ। ਬਾਅਦ ਦੇ ਵਿੱਚ ਪੇਰੈਂਟਸ ਨੂੰ ਵੀ ਇਹੀ ਪ੍ਰੋਬਲਮ ਆਊਗੀ। ਮੈਂ ਨਾ ਬਹੁਤ ਸਾਰੇ ਵੀਰ ਕਹਿ ਦਿੰਦੇ ਆ, ਕਹਿੰਦੇ ਵੀ ਸਟੀਅਰਿੰਗ ਤੇ ਬੈਠਣਾ ਸੌਖਾ, ਪਰ ਟਰੱਕ ਵਾਲੀ ਨੌਲੇਜ ਵੀ ਹੋਣੀ ਕਿਤੇ ਨਾ ਕਿਤੇ ਜ਼ਰੂਰੀ ਹੈ। ਫਿਰ ਇਹਦੇ ਬਾਰੇ ਨੌਲੇਜ ਕਿੰਨੀ ਕੁ ਹੈ ਵੀ ਜੇ ਆਪਾਂ ਨੌਲੇਜ ਦੀ ਗੱਲ ਕਰ ਲਈਏ, ਇਹ ਟਰੱਕ ਦੀ ਮੈਂ ਗੱਲ ਕਰ ਲਾਂ ਜਿਹੜੀ ਆਪਾਂ ਗੱਡੀ ਦੇ ਵਿੱਚ ਬੈਠੇ ਆ, ਇਸ ਗੱਡੀ ਬਾਰੇ ਮਤਲਬ ਮੈਨੂੰ ਇਹ ਦੱਸ ਦਿਓ ਵੀ ਦੂਜੀਆਂ ਗੱਡੀਆਂ ਨਾਲੋਂ ਫਰਕ ਕਿੰਨਾ ਕੁ ਮੰਨਦੇ ਹੋ? ਇਹਦੇ ਵਿੱਚ ਕੀ ਕੀ ਫੈਸਿਲਿਟੀਜ਼ ਹੁੰਦੀਆਂ, ਕੀ ਫਰਕ ਕੀ ਮੰਨਦੇ ਹੋ? ਕਿਉਂਕਿ ਬਹੁਤ ਸਾਰੇ ਤਰ੍ਹਾਂ ਦੇ ਟਰੱਕ ਹੁੰਦੇ ਆ। ਦੇਖੋ ਬਹੁਤ ਸਾਰੀਆਂ ਮੇਨ ਕੰਪਨੀਜ਼ ਨੇ, ਹੈ ਨਾ, ਆਪਾਂ ਕਿਸੇ ਦਾ ਨਾਂ ਨਹੀਂ ਲੈਂਦੇ ਹੈਗੇ। ਆਪਾਂ ਜਿਹੜੀ ਗੱਡੀ 'ਚ ਬੈਠੇ ਆ ਇਹ ਭਾਰਤ ਬੈਂਜ਼ ਦੀ ਗੱਡੀ ਆ। ਇਹਦੇ ਵਿੱਚ ਇਹ ਗੱਡੀ ਟਰੱਕ ਦੇਖਣ ਨੂੰ ਲੱਗਦਾ ਹੈ ਤਾਂ ਇਹ ਕਾਰ ਨਾਲੋਂ ਵੀ ਪਾਵਰ ਸਟੀਅਰਿੰਗ ਹੈ, ਬ੍ਰੇਕ ਸਿਸਟਮ ਇੰਨਾ ਵਧੀਆ ਹੈ, ਹਰ ਚੀਜ਼ ਦੇ ਵਿੱਚ ਕਲਚ ਬ੍ਰੇਕ ਸਾਰਾ ਕੁਝ ਵਧੀਆ ਹੈ। ਤੇ ਮੈਂ ਇਨਫੈਕਟ ਕਹੂੰਗੀ ਰਿਪੇਅਰ ਮੇਨਟੇਨੈਂਸ ਹੈ ਨਹੀਂ, ਜਿਵੇਂ ਗੱਡੀ ਬ੍ਰੇਕ ਲਾਓ ਇੱਕਦਮ ਜਾਂਦੇ ਹੋਏ ਝੋਲ ਮਾਰ ਜਾਂਦੀ ਹੈ ਨਾ, ਗੱਡੀ ਨਹੀਂ ਮਾਰਦੀ ਹੈਗੀ। ਇਹ ਇੱਕ ਤਰੀਕੇ ਦੇ ਨਾਲ ਐਂ ਆ ਵੀ ਵੱਡੀ ਕਾਰ ਟਾਈਪ ਹੈ। ਇਹਦੇ ਵਿੱਚ ਡਰਾਈਵਰਸ ਨੂੰ ਵੀ ਜੇ ਤੁਸੀਂ ਪੁੱਛੋਗੇ ਤਾਂ ਉਹਨਾਂ ਨੂੰ ਐਂ ਲੱਗਦਾ ਵੀ ਇੱਕ ਕਾਰ ਚਲਾ ਰਹੇ ਆ। ਤੋ ਹਰ ਲੈਵਲ ਦੀ ਫੈਸਿਲਿਟੀ ਹੈ। ਈਵਨ ਤੁਸੀਂ ਸਪੇਸ ਵੀ ਦੇਖੋਗੇ ਤਾਂ ਕਾਫੀ ਸਪੇਸ਼ੀਅਸ ਨੇ, ਤੇ ਮੇਨਟੇਨੈਂਸ ਦੀ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਹੈਗੀ। ਗਰੀਸਿੰਗ ਵੀ 40-50 ਹਜ਼ਾਰ ਤੇ ਆ, ਐਵਰੇਜ ਗੱਡੀ ਦੀ ਬਹੁਤ ਅੱਛੀ ਆ। ਤੇ ਸਾਨੂੰ ਤਾਂ ਸਾਡੀਆਂ ਕੋਲੇ ਤਾਂ ਸਾਰੀਆਂ ਹੀ ਇਸ ਕੰਪਨੀ ਦੀਆਂ ਹੀ ਗੱਡੀਆਂ ਨੇ, ਤੇ ਅਸੀਂ ਤਾਂ ਕਾਫੀ ਵਧੀਆ ਤੇ ਸੈਟਿਸਫਾਈ ਆ। ਹਾਲਾਂਕਿ ਇਹ ਦੂਜੀਆਂ ਗੱਡੀਆਂ ਨਾਲ 2 ਤੋਂ 3 ਲੱਖ ਮਹਿੰਗੀ ਵੀ ਆ, ਪਰ ਗੱਡੀ ਬਹੁਤ ਵਧੀਆ ਹੈ ਤੇ ਅਸੀਂ ਤਾਂ ਪੂਰੇ ਸੈਟਿਸਫਾਈ ਆ ਕਿ ਕੰਮਕਾਰ ਵੀ ਇੰਨਾ ਨਹੀਂ ਤੇ ਸਾਰਾ ਕੁਝ ਵਧੀਆ। ਜੇਕਰ ਗੱਲ ਕਰੀਏ, ਲਗਾਤਾਰ ਤੁਸੀਂ ਬਹੁਤ ਵੱਡੇ ਵੱਡੇ ਫੰਕਸ਼ਨ ਅਟੈਂਡ ਕਰਦੇ ਹੋ, ਵਿਆਹਾਂ ਸ਼ਾਦੀਆਂ 'ਚ ਵੀ ਜਾਂਦੇ ਹੋ, ਪਰਿਵਾਰਾਂ ਦੇ ਨਾਲ ਵੀ ਮੇਲ ਜੋਲ ਕਰਦੇ ਹੋ, ਉਦੋਂ ਫਿਰ ਕੀ ਟੈਗ ਕੀ ਲੱਗਦਾ ਨਾਲ
ਅੰਮ੍ਰਿਤ ਟਰੱਕਾਂ ਵਾਲੀ ਵੱਜਦੀ ਹੈ ਜਾਂ ਅੰਮ੍ਰਿਤ ਕੀ ਕਹਿੰਦੇ ਕੀ ਹੈ, ਕਿਉਂਕਿ ਕਿਤੇ ਨਾ ਕਿਤੇ ਲੱਗਦਾ ਤਾਂ ਹੋਊਗਾ ਜਦੋਂ ਜਾ ਕੇ ਕਹਿੰਦੇ ਆ ਉਹ ਆ ਗਈ ਜਿਹੜੀ ਟਰੱਕ ਚਲਾਉਂਦੀ ਹੈ ਜਦੋਂ ਵੱਡੇ ਸਾਰੇ ਇਕੱਠ ਦੇ ਵਿੱਚ। ਇਹ ਚੀਜ਼ ਨਾ ਮੈਨੂੰ ਬੜਾ ਮਾਣ ਮਹਿਸੂਸ ਕਰਾਉਂਦੀ ਆ ਆਪ ਦੇ। ਹੁਣ ਵੀ ਮੈਂ ਲੇਟੈਸਟ ਕਿਸੇ ਫੰਕਸ਼ਨ ਤੇ ਗਈ, ਉੱਥੇ ਮੈਨੂੰ ਕਿਸੇ ਨੇ ਪਹਿਚਾਨਿਆ, ਕਹਿੰਦੇ ਤੁਸੀਂ ਅੰਮ੍ਰਿਤ ਗਿੱਲ ਹੋ ਨਾ ਜਿਨ੍ਹਾਂ ਦੀਆਂ ਵੀਡੀਓਜ਼ ਵਾਇਰਲ ਹੋਈਆਂ ਸੀ ਟਰੱਕਸ ਵਾਲੀਆਂ। ਮੈਂ ਕਿਹਾ ਹਾਂਜੀ ਹਾਂਜੀ ਹਾਂ। ਬਹੁਤ ਮਾਣ ਮਹਿਸੂਸ ਹੁੰਦਾ ਹੈ ਆਪ ਨੂੰ। ਔਰ ਕਈ ਲੇਡੀਜ਼ ਨੇ ਜਿਹੜੀਆਂ ਮੈਨੂੰ ਬਠਿੰਡੇ ਜਿੰਨੀਆਂ ਵੀ ਜਾਣਦੀਆਂ ਨੇ, ਉਹ ਆਪ ਆ ਕੇ ਦੱਸਦੀਆਂ ਨੇ ਵੀ ਅੰਮ੍ਰਿਤ ਤੈਨੂੰ ਵੇਖ ਕੇ ਅਸੀਂ ਆਹ ਗੱਡੀ ਸਾਨੂੰ ਚਲਾਉਣੀ ਨਹੀਂ ਆਉਂਦੀ ਸੀ, ਅਸੀਂ ਚਲਾਉਣਾ ਸਿੱਖ ਗਏ, ਆਪਦੀ ਕਾਰ ਚਲਾਉਣੀ ਸਿੱਖ ਗਏ। ਅਸੀਂ ਵੇਖਿਆ ਵੀ ਅੰਮ੍ਰਿਤ ਇੰਨੀ ਫਿੱਟ ਰਹਿ ਸਕਦੀ ਹੈ ਜਾਂ ਇੰਨਾ ਕੁਛ ਕਰ ਸਕਦੀ ਹੈ, ਤਾਂ ਅਸੀਂ ਕਿਉਂ ਨਹੀਂ ਕਰ ਸਕਦੇ। ਅਸੀਂ ਆਪਦੀ ਸਟੱਡੀਜ਼ ਰਿਜ਼ਿਊਮ ਕਰ ਲਈਆਂ, ਹੁਣ ਸਾਡਾ ਫਾਈਨਲ ਈਅਰ ਆ। ਅਤੇ ਕੋਈ ਕਹਿੰਦਾ, ਇੱਕ ਦੋ ਹੈਗੇ ਨੇ ਵੀ ਉਹ ਕਹਿੰਦੇ ਵੀ ਅਸੀਂ ਸਿਵਲਜ਼ ਰਿਜ਼ਿਊਮ ਕਰਨੇ ਆ, ਵੀ ਲਾਅ ਕਰਨ ਦਾ ਇਰਾਦੇ ਆ। ਤੋ ਸਾਰਿਆਂ ਨੂੰ ਇਨਫੈਕਟ ਮੈਂ ਨਾ ਇੱਥੇ ਇੱਕ ਹੋਰ ਸਵਾਲ ਹੈ, ਕਹਿੰਦੇ ਵੀ ਟਰੱਕਾਂ ਵਾਲਿਆਂ ਨੂੰ ਨਾ ਜ਼ਿਆਦਾ ਆਰਟੀਓ ਡੀਟੀਓ ਘੇਰ ਲੈਂਦਾ। ਕਦੇ ਅੰਮ੍ਰਿਤ ਗੱਡੀ ਚਲਾ ਰਹੀ ਹੋਵੇ ਮਾਰਿਆ ਆਰਟੀਓ ਡੀਟੀਓ ਨੇ ਹੱਥ ਕਿਤੇ? ਨਾ, ਬਿਲਕੁਲ ਨਹੀਂ ਮਾਰਿਆ ਹੈਗਾ ਆਰਟੀਓ ਡੀਟੀਓ। ਸਾਡੇ ਕੋਲੇ ਸਾਰੇ ਕਾਗਜ਼ ਪੱਤਰ ਸਾਰਾ ਕੁਝ ਪੂਰਾ ਹੈ। ਔਰ ਕੰਪਨੀ ਦਾ ਫਿਕਸਡ ਵੇਟ ਹੈ, ਇੱਕ ਜਗ੍ਹਾ ਤੋਂ ਭਰਨਾ ਦੂਜੀ ਜਗ੍ਹਾ ਤੇ ਛੱਡ ਦੇਣਾ। ਤਾਂ ਸਾਡਾ ਆਰਟੀਓ ਡੀਟੀਓ ਨਾਲ ਕੋਈ ਕੰਮ ਨਹੀਂ। ਅੱਛਾ, ਨਹੀਂ ਕਹਿ ਦਿੰਦੇ ਹੁੰਦੇ ਆ ਨਾ, ਕਹਿੰਦੇ ਵੀ ਜ਼ਿਆਦਾਤਰ ਟਰੱਕਾਂ ਵਾਲਿਆਂ ਨੂੰ ਹੱਥ ਵੱਜਦੇ ਬਹੁਤ ਹੈ। ਸਾਡੇ ਆਪਣੇ ਟੈਂਕਰ ਹਾਂ ਵੱਜਦੇ ਆ, ਬਿਕਾਜ਼ ਜਦੋਂ ਤੁਸੀਂ ਓਵਰਲੋਡਿੰਗ ਕਰਦੇ ਹੋ ਜਾਂ ਮਤਲਬ ਲੋਡ ਸਹੀ ਨਹੀਂ ਹੈ ਜਾਂ ਤੁਹਾਡੇ ਕਾਗਜ਼ ਪੱਤਰ ਪੂਰੇ ਨਹੀਂ ਹੈ। ਵੈਸੇ ਤਾਂ ਮੈਂ ਕਹੂੰਗੀ ਸਾਰਿਆਂ ਨੂੰ ਸਾਰਾ ਕੁਝ ਪੂਰਾ ਕਰਨਾ ਚਾਹੀਦਾ ਹੈ। ਅਤੇ ਈਵਨ ਫੇਅਰ ਵੀ ਜਿਹੜਾ ਹੈਗਾ ਨਾ, ਕਿਰਾਇਆ ਵੀ ਉਹ ਵਾਜਿਬ ਸਾਰਿਆਂ ਨੂੰ ਮਿਲਣਾ ਚਾਹੀਦਾ। ਕਦੇ ਲੱਗਦਾ ਤਾਂ ਹੋਊ ਅਮਰ ਜੀ, ਕਦੇ ਲੱਗਦਾ ਤਾਂ ਹੋਊਗਾ ਜਦੋਂ ਗੱਡੀ ਲੈ ਕੇ ਜਾਂਦੇ ਹੋ 100-150 ਕਿਲੋਮੀਟਰ ਕਦੇ ਜਦੋਂ ਚਲਾਉਂਦੇ ਹੋ ਤੇ ਬਹੁਤ ਸਾਰੀ ਗੱਡੀਆਂ ਵਾਲੇ ਦੇਖਦੇ ਨੇ ਵੀ ਕੁੜੀ ਗੱਡੀ ਚਲਾ ਰਹੀ ਹੈ, ਕਈ ਵਾਰੀ ਰੋਕ ਕੇ ਨਹੀਂ ਕਿਸੇ ਨੇ ਕਿਹਾ ਵੀ ਹਾਂ ਤੁਸੀਂ ਕਿੱਧਰ ਗੱਡੀ ਲਈ ਫਿਰਦੇ ਹੋ, ਜਾਂ ਕਦੇ ਇਹੋ ਜਿਹਾ ਕੋਈ ਹੋਇਆ ਵਾਕਿਆ? ਨਹੀਂ, ਹਾਂ ਡੈਫੀਨੇਟਲੀ ਬੜੇ, ਜਿਵੇਂ ਸਾਹਮਣੇ ਆਪਾਂ ਵੀ ਹੁਣ ਵੀ ਚਲਾ ਰਹੇ ਸੀਗੇ ਤਾਂ ਬੜੇ ਹੈਰਾਨ ਹੁੰਦੇ ਨੇ। ਕਈ ਟਰੱਕ ਵਾਲੇ ਤਾਂ ਬੜਾ ਥੰਬਸ ਅਪ ਕਰਕੇ ਜਾਂਦੇ ਨੇ ਔਰ ਆਪ ਨੂੰ ਬੜਾ ਮਾਣ ਮਹਿਸੂਸ ਹੁੰਦਾ ਵੀ ਬਹੁਤ ਚੰਗੀ ਗੱਲ ਹੈ। ਔਰ ਇਨਫੈਕਟ ਮੈਂ ਤਾਂ ਕਹੂੰਗੀ ਵੀ ਧੀਆਂ ਵੀ ਇਸ ਲਾਈਨ ਦੇ ਵਿੱਚ ਆਉਣ ਅਤੇ ਇਸ ਲਾਈਨ ਦੇ ਵਿੱਚ ਇੰਨੀ ਕੁ ਸੇਫਟੀ ਹੋਵੇ, ਇੰਨਾ ਕੁ ਜ਼ਿਆਦਾ ਫੈਸਿਲਿਟੀਜ਼ ਹੋਣ ਰੋਡ ਸਾਈਡ 'ਤੇ ਵੀ ਜੇ ਧੀਆਂ ਕੁੜੀਆਂ ਵੀ ਇਸ ਲਾਈਨ ਦੇ ਨੂੰ ਪਰਸਿਊ ਕਰਦੀਆਂ ਨੇ, ਪੈਸ਼ਨ ਹੈ ਜਾਂ ਕਿਸੇ ਦਾ ਜਾਂ ਮਜਬੂਰੀ ਵੀ ਹੈ, ਤਾਂ ਗੱਡੀ ਚਲਾਉਣਾ ਕੋਈ ਮਾੜੀ ਗੱਲ ਤਾਂ ਹੈ ਨਹੀਂ ਕਿ ਡਰਾਈਵਰ ਹੋਣਾ ਵੀ ਵੱਡੀ ਮਾਣ ਵਾਲੀ ਗੱਲ ਹੈ। ਕਿਸੇ ਟਾਈਮ ਦੇ ਉੱਤੇ ਡਰਾਈਵਰ ਹੋਣਾ ਆਪਦੇ ਆਪ 'ਚ ਬੜੀ ਮਾਣ ਅਤੇ ਸਤਿਕਾਰ ਵਾਲੀ ਗੱਲ ਹੁੰਦੀ ਸੀ। ਉਹ ਕਿਤੇ ਨਾ ਕਿਤੇ ਸਮੇਂ ਨਾਲ ਆਪਾਂ ਗਵਾ ਲਈ, ਉਹਨੂੰ ਹੀ ਆਪਾਂ ਰਿਵਾਈਵ ਕਰਨ ਲੱਗੇ ਹੋਏ ਹਾਂ। ਔਰ ਮੈਨੂੰ ਲੱਗਦਾ ਵੀ ਆਪਣੀ ਪੋਸੀਬਿਲਿਟੀ ਦੇ ਵਿੱਚ ਹੀ ਜਿਹੜੇ ਸਾਰੇ ਲੀਡਰਸ ਨੇ ਉਹ ਵੀ ਆ ਗਏ ਨੇ ਅਤੇ ਉਹਨਾਂ ਨੇ ਇਹ ਵੀ ਸੋਚਣਾ ਸ਼ੁਰੂ ਕਰਤਾ ਹੈ। ਅਤੇ ਆਪਾਂ ਤਾਂ ਹੁਣ ਉਸੇ ਸੋਚ ਨੂੰ ਅੱਗੇ ਵਧਾਉਂਦੇ ਹੋਏ ਉਹਨਾਂ ਨੂੰ ਕਵਾਂਗੇ ਵੀ ਜਿਹੜੇ ਲਾਇਸੈਂਸਿਸ ਬਣਦੇ ਨੇ ਉਹ ਲਾਇਸੈਂਸਿਸ ਨੂੰ ਤੁਸੀਂ ਇਨਫੈਕਟ ਉਹਦੇ ਵਿੱਚ ਹੀ ਇਹਨਾਂ ਦੀਆਂ ਹੈਲਥ ਬੀਮਾਜ਼, ਹੈਲਥ ਫੈਸਿਲਿਟੀਜ਼ ਨੂੰ ਬੈਟਰ ਕਰੋ। ਇਹਨਾਂ ਦੇ ਬੱਚਿਆਂ ਦੇ ਲਈ ਐਜੂਕੇਸ਼ਨਲ ਲੋਨਸ ਬੈਟਰ ਹੋਣ ਔਰ ਇਨਫੈਕਟ ਜਿਹੜੀਆਂ ਲਾਈਫ ਇੰਸ਼ੋਰੈਂਸ ਨੇ ਉਹ ਵੀ ਬੈਟਰ ਹੋਵੇ ਅਤੇ ਡਰਾਈਵਰਸ ਆਪਦਾ ਲਾਈਫ ਜਿਹੜੀ ਹੈਗੀ ਆ ਰਿਟਾਇਰਮੈਂਟ ਦੀ ਏਜ ਵੀ ਹੋਵੇ, ਉਹ ਤੋਂ ਬਾਅਦ ਉਹਨਾਂ ਨੂੰ ਕੁਛ ਮਿਲ ਸਕੇ, ਹੈ ਨਾ। ਬਿਕਾਜ਼ 60-70 ਸਾਲ ਤੋਂ ਬਾਅਦ ਗੋਡੇ ਹੀ ਵਿੰਗੇ ਹੋ ਜਾਂਦੇ ਨੇ ਜਿਨ੍ਹਾਂ ਨੇ ਸਾਰੀ ਉਮਰ ਡਰਾਈਵਰੀ ਕੀਤੀ ਆ, ਤਾਂ ਉਸ ਤੋਂ ਬਾਅਦ ਉਹਨਾਂ ਦੀ ਲਾਈਫ ਪੀਸਫੁਲ ਹੋਣੀ ਚਾਹੀਦੀ ਹੈ। ਅਤੇ ਉਹਨਾਂ ਦੇ ਲਈ ਆਫਟਰ ਰਿਟਾਇਰਮੈਂਟ ਦੀ ਏਜ ਤੋਂ ਬਾਅਦ ਕੁਛ ਫੈਸਿਲਿਟੀਜ਼ ਹੋਣੀਆਂ ਤਾਂ ਚਾਹੀਦੀਆਂ ਨੇ, ਜਿਹੜੀ ਉਹ ਆਪਣੀ ਅਗਲੀ ਜ਼ਿੰਦਗੀ ਹੈ ਜਿਹੜੀ ਸਹੀ ਤਰੀਕੇ ਦੇ ਨਾਲ ਬੁਢਾਪਾ ਵਧੀਆ ਕੱਟ ਸਕਣ। ਮੈਂ ਫਿਰ ਉੱਥੇ ਹੀ ਆਉਣਾ, ਕਹਿੰਦੇ ਨਿਤਨ ਗਡਕਰੀ ਸਾਹਿਬ ਨੇ ਕਿਹਾ ਵੀ 40-40 45-45 ਡਿਗਰੀ 'ਚ ਅੱਜ ਆਪਾਂ ਨੂੰ ਵੀ ਪਸੀਨਾ ਆ ਗਿਆ, ਤੁਹਾਨੂੰ ਵੀ ਪਸੀਨਾ ਆ ਰਿਹਾ। ਅਤੇ ਫਿਰ ਤੁਸੀਂ ਕੀ ਸੋਚਿਆ ਹੁਣ ਡਰਾਈਵਰਾਂ ਦੀ ਫੈਸਿਲਿਟੀ ਦੇ ਲਈ? ਤੁਸੀਂ ਵੀ ਗੱਡੀਆਂ ਕਰ ਦੇਣੀਆਂ ਏਸੀ ਕਿ ਕਿਵੇਂ ਕਰਨਾ? ਕਿਉਂਕਿ ਝੂਟੇ ਤਾਂ ਤੁਸੀਂ ਆਪ ਵੀ ਲੈਣੇ ਹੁੰਦੇ ਆ। ਬਿਲਕੁਲ ਬਿਲਕੁਲ, ਈਵਨ ਮੈਂ ਕਹੂੰਗੀ ਮੈਂ ਇਸ ਚੀਜ਼ ਦੀ ਹਮਾਇਤੀ ਹਾਂ ਵੀ ਡਰਾਈਵਰਾਂ ਦੇ ਲਈ ਕੈਬਿਨਸ ਏਸੀ ਹੋਣੇ ਚਾਹੀਦੇ ਨੇ। ਕਿਉਂਕਿ ਜੇ ਕੈਬਿਨਸ ਏਸੀ ਹੋਣਗੇ, ਬਿਕਾਜ਼ ਹਰ ਬੰਦਾ ਸਿਹਤ ਦੀ ਧੰਗੇੜ ਜਿਹੜੀ ਹੈ ਨਾ ਔਖ ਝੱਲ ਨਹੀਂ ਸਕਦਾ ਹੈਗਾ, ਤਾਂ ਇਹਦੇ ਨਾਲ ਕੀ ਹੋਊਗਾ ਵੀ ਹੋਰ ਨਵੇਂ ਬੱਚੇ ਨੇ ਜਿਹੜੇ ਉਹ ਡਰਾਈਵਰੀ ਨੂੰ ਪ੍ਰੋਫੈਸ਼ਨਲੀ ਲੈਣਗੇ। ਇਨਫੈਕਟ ਡਰਾਈਵਰਸ ਦੀ ਜਿਹੜੀ ਆਊਟਪੁੱਟ ਹੈ, ਹੁਣ ਜਿਵੇਂ ਇੱਕ ਡਰਾਈਵਰ ਗੱਡੀ ਚਲਾ ਰਿਹਾ, ਇੱਕ ਸੌਂ ਗਿਆ ਅਤੇ ਚਲਾ ਰਿਹਾ, ਤਾਂ ਕੰਟੀਨਿਊਟੀ ਦੇ ਵਿੱਚ ਜਦੋਂ ਨੀਂਦ ਵਧੀਆ ਆਊਗੀ, ਕੰਫਰਟ ਦੇ ਨਾਲ ਨੀਂਦ ਆਊਗੀ, ਸੌਂ ਸਕੂਗਾ, ਤਾਂ ਉਹ ਗੱਡੀ ਵੀ ਵਧੀਆ ਚਲਾਊਗਾ। ਗੱਡੀ ਵਧੀਆ ਚਲਾਊਗਾ ਤਾਂ ਐਕਸੀਡੈਂਟਸ ਦੇ ਚਾਂਸਿਸ ਨੇ ਜਿਹੜੇ ਉਹ ਵੀ ਘੱਟ ਜਾਣਗੇ। ਐਕਸੀਡੈਂਟਸ ਦੇ ਚਾਂਸਿਸ ਘਟਣਗੇ ਤਾਂ ਮੈਨੂੰ ਲੱਗਦਾ ਵੀ ਕੋਸਟ ਆਫ ਟਰਾਂਸਪੋਰਟੇਸ਼ਨ ਹਰ ਚੀਜ਼ ਦੇ ਵਿੱਚ ਐਫੀਸ਼ੀਐਂਸੀ ਆਊਗੀ, ਤਾਂ ਆਪਣੇ ਦੇਸ਼ ਦੀ ਤਰੱਕੀ ਬੈਟਰ ਹੋਊਗੀ। ਅਮਰ ਜੀ, ਮੈਂ ਸਵਾਲ ਕਰ ਲਿਆ, ਇੱਕ ਵੱਡਾ ਸਵਾਲ ਰਹਿ ਗਿਆ।
ਕਹਿੰਦੇ ਇੰਡੀਆ ਦੇ ਡਰਾਈਵਰਾਂ ਦੇ ਉੱਪਰ ਇੱਕ ਲੱਗਿਆ, ਕਹਿੰਦੇ ਵੀ ਕਿਤੇ ਨਾ ਕਿਤੇ ਮਾੜਾ ਮੋਟਾ ਕੁਝ ਖਾ ਕੇ ਚਲਾਉਂਦੇ ਆ, ਕਹਿੰਦੇ ਉਹ ਤਾਂ ਗੱਡੀ ਫਿਰ ਨਿਗਾਹ ਹੀ ਨਹੀਂ ਟਿਕਦੀ ਸਾਹਮਣੇ। ਚਲੋ ਤੁਸੀਂ ਤਾਂ ਭਾਵੇਂ ਨਹੀਂ ਖਾਂਦੇ ਹੋਵੋਗੇ, ਪਰ ਲੱਗਦਾ ਵੀ ਡਰਾਈਵਰਾਂ ਦੇ ਨਾਲ ਇਹ ਪਰਿਭਾਸ਼ਾ ਸੱਚੀ ਹੈ ਕਿਤੇ? ਸੱਚੀ ਦੱਸਾਂ, ਹਾਂ ਹੈਗੀ ਵੀ ਆ, ਨਹੀਂ ਵੀ ਆ, ਪਰ ਇਹ ਗੱਲ ਮੇਰੇ ਤੁਹਾਡੇ ਪਿਛਲੇ ਸਵਾਲ ਨਾਲ ਹੀ ਮੈਂ ਰਿਲੇਟ ਕਰ ਦੂੰਗੀ ਵੀ ਜੇ ਡਰਾਈਵਰਸ ਦੇ ਲਾਈਫ ਦੇ ਵਿੱਚ ਕੰਫਰਟ ਬੈਟਰ ਆ ਜਾਏਗਾ ਨਾ, ਫਿਰ ਉਹ ਇਹੋ ਜਿਹੇ ਜਿਹੜੇ ਨਸ਼ੀਲੇ ਪਦਾਰਥ ਨੇ, ਕੋਈ ਵੀ ਚੀਜ਼ ਹੈ, ਉਹਨੂੰ ਛੱਡ ਦੇਣਗੇ, ਉਹਦਾ ਸੇਵਨ ਛੱਡ ਦੇਣਗੇ, ਕਿਉਂਕਿ ਉਹ ਕੁਝ ਵੀ ਖਾਂਦੇ ਨੇ, ਕਾਹਤੋਂ ਖਾਂਦੇ ਨੇ ਵੀ ਕੰਸਨਟ੍ਰੇਸ਼ਨ ਬਣੀ ਰਵੇ, ਗੱਡੀ ਜ਼ਿਆਦਾ ਚਲਾ ਸਕਣ। ਤੇ ਜੇ ਉਹਨਾਂ ਨੂੰ ਉਹਦੀ ਬਾਡੀ ਹੋਈ એનર્ਜੀ ਦੇ ਦੂਗੀ, ਸੌਂ ਕੇ ਵਧੀਆ ਖਾ ਕੇ ਵਧੀਆ, ਗੱਡੀ 'ਚ ਕੈਬਿਨ 'ਚ ਕੰਫਰਟ ਹੈ ਤੇ ਜਿੱਥੇ ਰੁਕੇ ਉੱਥੇ ਕੰਫਰਟ ਹੈ, ਖਾਣਾ ਵਧੀਆ ਮਿਲ ਗਿਆ, ਮੈਨੂੰ ਲੱਗਦਾ ਨਹੀਂ ਫਿਰ ਇਹ ਜਿਹੀਆਂ ਚੀਜ਼ਾਂ ਦੀ ਲੋੜ। ਆਪਾਂ ਵੀ ਤਾਂ ਚੱਲੇ ਹੀ ਫਿਰਦੇ ਹਾਂ, ਆਪਾਂ ਮੈਨੂੰ ਲੱਗਦਾ 12-14 ਘੰਟੇ ਐਵਰੇਜ ਕੰਮ ਕਰੀਦਾ ਹੈ ਨਾ, ਤੋ ਆਪਾਂ ਨੂੰ ਇਹੋ ਜਿਹੀਆਂ ਚੀਜ਼ਾਂ ਦੀ ਲੋੜ ਨਹੀਂ ਪੈਂਦੀ। ਤਾਂ ਡਰਾਈਵਰਸ ਵੀ ਬਿਕਾਜ਼ ਕਈ ਵਾਰ ਸਰੀਰ ਇੰਨਾ ਕੁ ਜ਼ਿਆਦਾ ਥਕਾਵਟ ਦੇ ਦਿੰਦਾ ਹੈ ਜਾਂ ਹੋਰ ਹੈ, ਉਹ ਕਹਿੰਦੇ ਕੜਕ ਜੀ ਚਾਹ ਪੀ ਲਓ ਹੈ ਨਾ, ਬਲੈਕ ਟੀ ਪੀ ਲਓ, ਬਲੈਕ ਕਾਫੀ ਪੀ ਲਓ ਤੇ ਅੱਖਾਂ ਖੁੱਲ ਜਾਂਦੀਆਂ ਨੇ, ਫੇਰ ਲੋੜ ਨਹੀਂ। ਜਦੋਂ ਤੁਸੀਂ ਢਾਬੇ ਤੇ ਰੋਕਦੇ ਹੋ ਫਿਰ ਬਲੈਕ ਟੀ ਮੰਗਦੇ ਹੋ ਕਿ ਕੜਕ ਜੀ ਚਾਹ ਮੰਗਦੇ ਹੋ? ਡਰਾਈਵਰਾਂ ਵਾਲੀ ਕਹਿੰਦੇ ਹੁੰਦੇ ਕਿ ਦੂਜੀ? ਮੈਂ ਤਾਂ ਕੜਕ ਡਰਾਈਵਰ ਵਾਲੀ ਹੀ ਚਾਹ ਪੀਂਦੀ ਹਾਂ। ਮੇਰੀ ਵਰਡਿੰਗ ਹੁੰਦੀ ਹੈ, ਵੈਸੇ ਜਿੰਨੇ ਮੈਨੂੰ ਸੁਣਦੇ ਨੇ ਉਹਨਾਂ ਨੂੰ ਪਤਾ ਹੀ ਹੈ ਵੀ ਪੱਤੀ ਠੋਕ ਕੇ, ਮਿੱਠਾ ਰੋਕ ਕੇ ਤੇ ਦੁੱਧ ਮਾੜਾ ਮੋਟਾ ਜਿਹਾ ਪਾ ਦਿਓ। ਮੈਂ ਵੈਸੇ ਬਲੈਕ ਕਾਫੀ ਹੀ ਪੀਂਦੀ ਹਾਂ ਜ਼ਿਆਦਾ ਪ੍ਰੈਫਰਡ। ਜੇ ਮੈਨੂੰ ਚਾਹ ਦਿੱਤੀ ਜਾਵੇ ਤਾਂ ਪੱਤੀ ਕਾਫੀ ਤੇਜ਼, ਦੁੱਧ ਥੋੜਾ ਤੇ ਮਿੱਠਾ ਨਾ ਮਾਤਰ ਹੋਵੇ ਤਾਂ ਚੱਲਦਾ। ਹੁਣ ਜਾਂਦੇ ਜਾਂਦੇ ਸਵਾਲ ਇਹੀ ਹੈ ਵੀ ਬਹੁਤ ਸਾਰੇ ਨਾ ਮਤਲਬ ਬੱਚਿਆਂ ਦੀ ਮੈਂ ਗੱਲ ਕਰ ਲਾਂ ਤਾਂ ਭਾਵੇਂ ਧੀਆਂ ਹੋਣ ਤੇ ਭਾਵੇਂ ਪੁੱਤਰ ਹੋਣ, ਇਸ ਪ੍ਰੋਫੈਸ਼ਨਲ ਨੂੰ ਆਊਟ ਆਫ ਕੰਟਰੀ ਜਾ ਕੇ ਕਰਕੇ ਤਾਂ ਖੁਸ਼ ਨੇ, ਪਰ ਇੱਥੇ ਜਾ ਕੇ ਖੁਸ਼ ਨਹੀਂ। ਜੇਕਰ ਤੁਸੀਂ ਆਪਦੀ ਇੱਥੇ ਗੱਡੀ ਲੈ ਕੇ ਜਾਂ ਆਪਦਾ ਕੋਈ ਬਿਜ਼ਨਸ ਇੱਥੇ ਤੋਰਿਆ ਹੋਵੇ, 30-30 35-35 ਲੱਖ ਰੁਪਏ ਲਾ ਕੇ ਬੱਚੇ ਜਿਹੜੇ ਆਊਟ ਆਫ ਕੰਟਰੀ ਜਾ ਰਹੇ ਆ, ਲੱਗਦਾ ਵੀ ਕਿਤੇ ਨਾ ਕਿਤੇ ਗੁਜ਼ਾਰਾ ਵਧੀਆ ਚੱਲ ਸਕਦਾ ਇੱਥੇ ਜੇ ਇਹੀ ਕੰਮ ਫੋਰਨ ਦੀ ਜਗ੍ਹਾ ਤੇ ਇੱਥੇ ਕੀਤਾ ਜਾਵੇ? ਬਿਲਕੁਲ ਚੱਲ ਸਕਦਾ ਹੈ। ਜੇ 35 ਲੱਖ ਬਾਹਰ ਜਾ ਕੇ ਤੁਸੀਂ ਲੇਬਰੀ ਕਰਨੀ ਆ, 12-12 15-15 ਘੰਟੇ ਕੰਮ ਕਰਨਾ, ਆਪਦੀਆਂ ਗੱਡੀਆਂ ਲੈ ਲਓ, ਇੱਕ ਲੈ ਲਓ, ਇੱਕ ਤੇ ਡਰਾਈਵਰ ਰੱਖ ਲਓ। ਮੈਂ ਇਨਫੈਕਟ ਕਹੂੰਗੀ ਵੀ ਜ਼ਿਆਦਾ ਬੈਟਰ, ਲੱਖ ਸਵਾ ਲੱਖ ਤਾਂ ਤੁਸੀਂ ਆਰਾਮ ਨਾਲ ਹੀ ਅਰਨ ਕਰ ਲਓਗੇ ਤੇ ਨਾਲੇ ਆਪਦੇ ਪਰਿਵਾਰ ਨਾਲੋਂ। ਇਨਫੈਕਟ ਜਾਂ ਤਾਂ ਡਰਾਈਵਰ ਰੱਖ ਦਿਓ ਜਾਂ ਆਪ ਵੀ ਬਿਜ਼ੀ ਰਹਿਣਾ, ਆਪ ਕੁਛ ਹੋਰ ਕਰ ਲਓ ਜਾਂ ਡਰਾਈਵਰੀ ਕਰ ਲਓ। ਤਾਂ ਦੇਖੋ, ਜਦੋਂ ਆਪਾਂ ਉੱਥੇ ਜਾ ਕੇ ਫੋਰਨ ਕੰਟਰੀ 'ਚ ਕਹਿ ਦਿੰਦੇ ਆ ਵੀ ਕੋਈ ਕੰਮ ਛੋਟਾ ਵੱਡਾ ਨਹੀਂ, ਤਾਂ ਫਿਰ ਆਪਣੀ ਲੈਂਡ ਦੇ ਵਿੱਚ ਕੰਮ ਛੋਟਾ ਵੱਡਾ ਕਿਉਂ? ਇੱਥੇ ਤਾਂ ਸਮਝਦੇ ਆ ਨਾ, ਜਿਵੇਂ ਹੁਣ ਤੁਸੀਂ ਗੱਡੀ ਡਰਾਈਵ ਕਰਦੇ ਹੋ, ਕਿਤੇ ਕਿਤੇ ਕਹਿ ਹੀ ਦਿੰਦੇ ਹੋਣੇ ਆ ਵੀ ਯਾਰ ਕਿੱਧਰ ਗੱਡੀ ਵੱਡੀ ਟਰੱਕ ਲਈ ਫਿਰਦੇ ਆ। ਮੈਨੂੰ ਕਈਆਂ ਨੇ ਕਿਹਾ ਵੀ ਅੰਮ੍ਰਿਤ ਇਮੇਜ ਡਾਊਨ ਹੁੰਦੀ ਆ, ਕਿਉਂ ਗੱਡੀ ਚਲਾਈ ਆ। ਮੈਂ ਕਿਹਾ ਜੀ ਮੈਨੂੰ ਨਹੀਂ ਪਤਾ ਇਮੇਜ ਦਾ ਤਾਂ ਡਾਊਨ ਤੇ ਬੈਟਰ ਦਾ, ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਔਰ ਮੇਰੀ ਤਾਂ ਪੋਸੀਬਿਲਿਟੀ ਸੀਗੀ ਵੀ ਡਰਾਈਵਰਾਂ ਦੀ ਜੀਵਨ ਦੇ ਵਿੱਚ ਲਾਈਫ ਬੈਟਰ ਹੋਣੀ ਚਾਹੀਦੀ ਹੈ ਤੇ ਮੇਰੇ ਤਾਂ ਇਹ ਇਨੀਸ਼ੀਏਟਿਵ ਨੇ। ਮੇਰੀ ਟਰਾਂਸਪੋਰਟ ਆ, ਮੈਂ ਤਾਂ ਚਲਾਉਣੀ, ਮੇਰੀ ਟਰਾਂਸਪੋਰਟ ਆ, ਮੇਰੀ ਗੱਡੀ ਆ, ਮੇਰੀ ਮਰਜ਼ੀ। ਬਿਲਕੁਲ ਮੈਂ ਮੇਰੀ ਗੱਡੀ ਚਲਾਵਾਂ ਤੇ ਮੇਰੀ ਮਰਜ਼ੀ, ਮੈਂ ਨਾ ਚਲਾਵਾਂ ਮੇਰੀ ਮਰਜ਼ੀ। ਔਰ ਕੰਮ ਤਾਂ ਆਪਣਾ ਕੰਮ ਹੈ ਤਾਂ ਫਿਰ ਉਹਦੇ ਵਿੱਚ ਕੀ ਪ੍ਰੋਬਲਮ ਹੈ? ਤੇ ਕੰਮ ਤਾਂ ਮੈਂ ਮੇਰੇ ਡਿਜ਼ਾਈਨਰ ਸਟੋਰ ਤੇ ਵੀ ਡਿਜ਼ਾਈਨਿੰਗ ਕਰਦੀ ਹਾਂ, ਦੈਟ ਇਜ਼ ਮਾਈ ਵਰਕ। ਸਾਰੇ ਕੰਮ ਮੇਰੇ ਆਪਦੇ ਹੀ ਨੇ ਤੇ ਮੈਨੂੰ ਕੰਮ ਕਰਨ 'ਚ ਜਾਂ ਘਰ ਦੇ ਵੀ ਕੋਈ ਕੰਮ ਕਰਨ 'ਚ ਕੋਈ ਉਹ ਨਹੀਂ ਫੀਲ ਹੁੰਦਾ ਹੈਗਾ ਲੈਟ ਡਾਊਨ, ਕਿਉਂਕਿ ਮੇਰੇ ਲਈ ਮੈਟਰ ਨਹੀਂ ਕਰਦਾ ਹੈਗਾ ਬ੍ਰਾਂਡ, ਸ਼ੋ ਆਫ, ਨੋ ਨਥਿੰਗ। ਆਈ ਐਮ ਦ ਸੇਮ, ਉਹੀ ਆ ਮੈਂ, ਅੱਜ ਵੀ ਉਹੀ ਆ, ਮੈਂ ਕੱਲ੍ਹ ਵੀ ਉਹੀ ਸੀ ਤੇ ਮੈਂ ਪਰਸੋਂ ਵੀ ਉਹੀ ਰਹਿਣਾ। ਮੇਰੇ ਪਿੰਡ ਦੇ ਵਿੱਚ ਜਾਓਗੇ ਤੇ ਜੇ ਤੁਸੀਂ ਪਿੰਡ 'ਚ ਸਾਡੇ ਪੁੱਛੋਗੇ, ਮੈਂ ਤਾਂ ਪਟਿਆਲੇ ਤੋਂ ਆ, तुम्हारे पिंडा में तो इस तरह ही बोले करा, गड्डियाँ चलाए करा, हमें अपनी जिंदगी नू दो, मेरे दादा जी कहे करा ते दो रुखी मिसी खा ते ठंडा पानी पी, बेख भराई चोपड़ी ना तरसाए जी। यो मेरे दादा जी के शब्द आ, तो मैनू बहुत वधिया लगा और मैं उन्हां नू गंढ बन ली आ ਤੇ ਮੈਂ ਉਹਨਾਂ ਦੇ ਨਾਲ ਹੀ ਰਹਿੰਦੀ ਹਾਂ। ਬੜੇ ਲੋਕੀ ਮੇਰੀ ਆਹ ਪੌਦੀ ਲੈਂਗੁਏਜ ਤੇ ਵੀ ਕਹਿੰਦੇ ਨੇ ਵੀ ਇਹ ਰੂਟੀਨ 'ਚ ਨਹੀਂ ਬੋਲਦੀ। ਮੈਂ ਬਿਲਕੁਲ ਨਹੀਂ ਬੋਲਦੀ ਰੂਟੀਨ 'ਚ। ਮੈਂ ਕੋਸ਼ਿਸ਼ ਕਰਦੀ ਹਾਂ ਵੀ ਮੇਰੀ ਜਿਹੜੀ ਪਿਛੋਕੜ ਵਾਲੀ ਬੋਲੀ ਆ, ਮੈਂ ਬੋਲ ਕੇ ਉਹਨੂੰ ਹੋਰ ਬੈਟਰ ਸਿੱਖ ਸਕਾਂ। ਦੈਟਸ ਇਟ। ਤੇ ਜਾਂਦੇ ਜਾਂਦੇ ਫਿਰ ਧੀਆਂ ਨੂੰ ਇੱਕ ਮੈਸੇਜ ਲਾ ਦਿਓ, ਕਿਉਂਕਿ ਧੀਆਂ ਅਕਸਰ ਹੀ ਡਰਦੀਆਂ ਜਿਹੀਆਂ ਰਹਿੰਦੀਆਂ ਵੀ ਹੁਣ ਆਹ ਕੰਮ ਸਾਡੇ ਤੋਂ ਨਹੀਂ ਹੋਣਾ। ਤੁਸੀਂ ਭਾਵੇਂ ਆਪਦੇ ਸਹੁਰੇ ਪਰਿਵਾਰ 'ਚ ਆ ਕੇ ਵੀ ਆਪਣੇ ਜਿਹੜਾ ਫੈਮਿਲੀ ਬਿਜ਼ਨਸ ਆ ਉਹਦੇ ਵਿੱਚ ਪੂਰਾ ਆਪਣਾ ਯੋਗਦਾਨ ਪਾ ਰਹੇ ਹੋ,
ਕੀ ਕਹਿਣਾ ਚਾਹੋਗੇ ਉਹਨਾਂ ਧੀਆਂ ਨੂੰ ਜਿਹੜੀਆਂ ਨੈਗੇਟਿਵ ਜੇ ਸੋਚ ਲੈਂਦੀਆਂ? ਮੇਰੀਆਂ ਧੀਆਂ ਪੰਜਾਬ ਦੀਆਂ ਨੂੰ ਸਾਰਿਆਂ ਨੂੰ ਸੁਨੇਹਾ ਹੈ ਵੀ ਆਪਦੇ ਤੇ ਭਰੋਸਾ ਕਰੋ। ਸਭ ਤੋਂ ਵੱਡੀ ਤਾਕਤ ਤੁਹਾਡੇ 'ਚ ਹੈ, ਫਿਰ ਦੂਜੀ ਤਾਕਤ ਤੁਹਾਡੇ ਮਾਪਿਆਂ 'ਚ ਹੈ। ਜਦੋਂ ਤੁਹਾਡੇ ਮਾਪਿਆਂ ਨੂੰ ਤੁਹਾਡੇ ਤੇ ਵਿਸ਼ਵਾਸ ਹੋ ਗਿਆ ਕਿ ਤੁਸੀਂ ਸੇਫ ਹੋ, ਜੋ ਵੀ ਕੰਮ ਕਰਦੇ ਹੋ, ਆਪਦੇ ਆਪ ਨੂੰ ਅਜਿਹਾ ਬੱਬਰ ਸ਼ੇਰ ਬਣਾਓ ਵੀ ਤੁਹਾਡੀ ਦਹਾੜ ਦੇ ਉੱਤੇ ਦੁਨੀਆ ਥਰ-ਥਰ ਕੰਬਦੀ ਹੋਵੇ ਤੇ ਦੂਰ ਹੋਵੇ। ਤੇ ਜੋ ਮਰਜ਼ੀ ये मत सोच कि लोग क्या कहेंगे, तू ये सोच कि तुझे कहाँ जाना है। तू आपदी मंजिल आप तय कर, आप सर कर। तेरे ਲਈ ਕੱਲ ਨੂੰ ਤੂੰ ਰੋਏਗਾ ਕਮਰੇ 'ਚ ਵੜ ਕੇ, ਕੋਈ ਦੁਨੀਆ ਨੇ ਨਹੀਂ ਆ ਕੇ ਤੈਨੂੰ ਦੇਖਣਾ ਹੈਗਾ। ਮੇਰੀਆਂ ਧੀਆਂ ਨੂੰ ਬੇਨਤੀ ਆ, ਤੁਹਾਡਾ ਤਕਲੀਫ ਹੈ ਜਿਹੜੀ ਤੁਹਾਡੇ ਮਨ ਦੀ ਤਕਲੀਫ ਹੈ, ਇਹਦੇ ਵਿੱਚ ਦੁਨੀਆ ਨੇ ਨਹੀਂ ਕੁਝ ਕਰਨਾ। ਜੇ ਤੁਸੀਂ ਘੁੱਟ ਰਹੇ ਹੋ ਤਾਂ ਤੁਸੀਂ ਹੀ ਘੁੱਟ ਰਹੇ ਹੋ। ਘੁੱਟੋ ਨਾ, ਹੌਲੀ ਹੌਲੀ ਬੇਬੀ ਸਟੈਪਸ ਲਓ। ਜੋ ਤੁਹਾਡਾ ਜੀ ਕਰਦਾ, ਜਹਾਜ਼ ਉਡਾਣੇ ਆ ਜਹਾਜ਼ ਉਡਾਓ, ਟਰਾਲੇ ਚਲਾਣੇ ਆ ਟਰਾਲੇ ਚਲਾਓ, ਸੂਈਆਂ ਘਬੋਣੀਆਂ ਨੇ ਡਾਕਟਰ ਬਣੋ, ਪੋਲੀਟੀਸ਼ੀਅਨ ਬਣਨਾ ਤਾਂ ਪੋਲੀਟੀਸ਼ੀਅਨ ਬਣੋ। ਮੈਂ ਤਾਂ ਕਹੂੰਗੀ ਵੀ ਸਿਆਸਤ ਜੁਆਇਨ ਕਰੋ। ਮੇਰੀਆਂ ਭੈਣਾਂ ਨੂੰ ਸਿਆਸਤ 'ਚ ਤੁਹਾਡੀ ਬਹੁਤ ਲੋੜ ਆ, ਔਰ ਇਹਨੂੰ ਸਾਫ਼ ਕਰਨ ਦੇ ਲਈ ਚੰਗੇ ਲੋਕਾਂ ਦੀ ਲੋੜ ਆ। ਔਰ ਤੁਸੀਂ ਸਾਰੇ ਆ ਕੇ ਆਪਦੀ ਸੋਚ ਦਾ ਯੋਗਦਾਨ ਪਾਓ ਤੇ ਚੰਗਾ ਬਦਲਾ ਲਿਆਈਏ। ਲਓ ਜੀ, ਇਹ ਸਨ ਅੰਮ੍ਰਿਤ ਗਿੱਲ, ਟਰਾਂਸਪੋਰਟਰ ਤੇ ਟਰੱਕ ਡਰਾਈਵਰ ਮੈਂ ਤਾਂ ਕਹਿੰਦਾ ਕਿਉਂਕਿ ਇਹ ਟਰੱਕ ਨੂੰ ਕਾਰ ਵਾਂਗੂ ਚਲਾਉਂਦੇ ਆ। 100 200 ਕਿਲੋਮੀਟਰ ਦਾ ਕਹਿੰਦੇ ਜੀ ਅਸੀਂ ਸ਼ੌਂਕ ਨਾਲ ਹੀ ਚਲਾ ਦਿੰਦੇ ਆ ਜਦੋਂ ਚੈਕਿੰਗ ਕਰਨ ਆਉਂਦੇ ਆ। ਤੇ ਇਹ ਸਟੋਰੀ ਦਿਖਾਉਣ ਦਾ ਮੁੱਖ ਮਕਸਦ ਇਹ ਸੀ ਵੀ ਇੱਕ ਤਾਂ ਧੀਆਂ ਨੂੰ ਪ੍ਰੇਰਿਤ ਕੀਤਾ ਜਾ ਸਕੇ ਵੀ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ, ਤੇ ਦੂਸਰੇ ਪਾਸੇ ਜਿਹੜੇ ਟਰੱਕ ਡਰਾਈਵਰਸ ਨੇ ਉਹਨਾਂ ਦੇ ਲਈ ਪੋਲੀਟੀਸ਼ੀਅਨ ਬਹੁਤ ਸਾਰੀਆਂ ਗੱਲਾਂ ਕਰਦੇ ਨੇ, ਉਹ ਕਿੰਨੇ ਕੁ ਗਰਾਊਂਡ ਦੇ ਉੱਪਰ ਕਿੰਨੇ ਕੁ ਲਾਗੂ ਹੁੰਦੀਆਂ ਨੇ ਜਾਂ ਕਿਸ ਤਰ੍ਹਾਂ ਹੁੰਦੀਆਂ ਨੇ, ਉਹਦੇ ਬਾਬਤ ਸਾਰੀ ਗੱਲਬਾਤ ਸੀ। ਟਰੱਕ ਡਰਾਈਵਰਾਂ ਦੀ ਮੁਸ਼ਕਿਲ ਬਾਰੇ ਗੱਲਬਾਤ ਸੀ, ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਕੀਤੀਆਂ। ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ? ਹੁਣ ਸਾਨੂੰ ਇਜਾਜ਼ਤ ਆਪਾਂ ਅਮਰਜੀਤ ਤੋਂ ਮੰਗਦੇ ਹਾਂ ਤੇ ਅਸੀਂ ਵੀ ਨਿਕਲਦੇ ਹਾਂ। ਅਮਰਜੀਤ ਜੀ, ਹੁਣ ਸਾਨੂੰ ਦਿਓ ਇਜਾਜ਼ਤ ਜੀ, ਤੇ ਤੁਸੀਂ ਆਪਣਾ ਜਿਹੜਾ ਅੱਗੇ ਦਾ ਸਫ਼ਰ ਆ ਉਹ ਪੂਰਾ ਕਰੋ, ਜਿਹੜਾ 10-20 ਕਿਲੋਮੀਟਰ 100 ਕਿਲੋਮੀਟਰ ਜਾਣਾ ਹੈਗਾ। ਤੇ ਆਓ ਹੁਣ ਆਪਾਂ ਚੱਲਦੇ ਹਾਂ ਵਾਪਸ। ਲਓ ਜੀ, ਆਪਾਂ ਹੁਣ ਚੱਲਦੇ ਹਾਂ ਤੇ ਇਜਾਜ਼ਤ ਮੰਗਦੇ ਹਾਂ। ਬਹੁਤ ਵਧੀਆ ਜਿਹੜੀ ਇਹ ਗੱਲਬਾਤ ਰਹੀ ਹੈ ਹੁਣ ਤੱਕ ਦੀ। ਜੇਕਰ ਗੱਲ ਕਰੀਏ ਤਾਂ ਟਰੱਕਾਂ ਵਾਲਿਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ, ਟਰੱਕਾਂ ਵਾਲਿਆਂ ਦੀ ਜ਼ਿੰਦਗੀ ਦੇ ਉੱਪਰ ਗੱਲਾਂ ਬਾਤਾਂ ਹੋਈਆਂ, ਉਸ ਧੀ ਨਾਲ ਗੱਲਾਂ ਬਾਤਾਂ ਹੋਈਆਂ, ਉਸ ਬੇਟੀ ਨਾਲ ਗੱਲਾਂ ਬਾਤਾਂ ਹੋਈਆਂ। ਕਿਉਂਕਿ ਪੰਜਾਬ ਦੀ ਜੇ ਮੈਂ ਗੱਲ ਕਰ ਲਾਂ ਤਾਂ ਪੰਜਾਬ ਦੇ ਵਿੱਚ ਅਕਸਰ ਟਰੱਕਾਂ ਵਾਲਿਆਂ ਨੂੰ ਮਾੜਾ ਕਿਹਾ ਜਾਂਦਾ, ਪਰ ਇਹ ਦੇਖ ਸਕਦੇ ਹੋ ਇਹ ਧੀ ਹੈ ਜਿਹੜੀ ਟਰੱਕਿੰਗ ਦਾ ਕੰਮ ਕਰਦੀ ਹੈ ਤੇ ਲਗਾਤਾਰ ਜਿਹੜੇ ਲੋਕ ਨੇ ਬਹੁਤ ਸਾਰੇ ਜਿਹੜੇ ਐਪਰੀਸ਼ੀਏਟ ਵੀ ਕਰਦੇ ਨੇ, ਖੁਸ਼ੀ ਵੀ ਮਨਾਉਂਦੇ ਨੇ। ਪਰ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਆਪਾਂ ਇਹੋ ਜਿਹੇ ਬਣੀਏ ਵੀ ਲੋਕ ਸਾਨੂੰ ਯਾਦ ਕਰਨ, ਦੁਨੀਆ ਸਾਨੂੰ ਯਾਦ ਕਰੇ। ਇਸ ਤਰ੍ਹਾਂ ਹੀ ਅੰਮ੍ਰਿਤ ਹੈ ਜਿਸ ਨੂੰ ਬਹੁਤ ਸਾਰੇ ਲੋਕਾਂ ਨੇ ਐਪਰੀਸ਼ੀਏਟ ਕੀਤਾ। ਪਿਛਲੇ ਦਿਨੀ ਅਸੀਂ ਇਹਨਾਂ ਦੀ ਜਿਹੜੀ ਸਟੋਰੀ ਕੀਤੀ ਸੀ, ਉਸ ਤੋਂ ਬਾਅਦ ਲਗਾਤਾਰ ਲੋਕਾਂ ਦੇ ਫੋਨ ਕਾਲਸ ਆਏ ਵੀ ਇਹਨਾਂ ਦੀ ਦੁਬਾਰਾ ਸਟੋਰੀ ਕੀਤੀ ਜਾਵੇ, ਟਰੱਕਿੰਗ ਦੇ ਉੱਪਰ ਇਹਨਾਂ ਨਾਲ ਸਾਰੀ ਜਿਹੜੀ ਜਾਣਕਾਰੀ ਲਈ ਜਾਵੇ ਤੇ ਗੱਲਬਾਤ ਕੀਤੀ ਜਾਵੇ। ਮੈਂ ਬਠਿੰਡਾ ਤੋਂ ਮਨੀਸ਼ ਦੇ ਨਾਲ ਜੱਸੀ ਬਰਾੜ, ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਸਤਿ ਸ਼੍ਰੀ ਅਕਾਲ ਜੀ।